तो जदों ठेका दे के किसान हो गए निकम्मे नठल्ले तो उदों बाद वो जमीन किसान हत्थ बन के उन्होंने दे देन भी ये लै लो। भी मेरे को एक भी ओरा जमीन नहीं हैगी, ना मैं खेती हर परिवार नाल संबंध रखदा। साडे परिवार च खेती नहीं, मेरी खेती की पढ़ाई नहीं। 9 फसलां उहदे चों होर लै लईआं। अच्छा जी। ते 10वीं गन्ना सी, 11वीं हल्दी, असीं 11 फसलां लईआं। ते पहले ही साल जिहड़ा साडा प्रोडक्शन जिहड़ी सीगी ਉਹ ਕੈਮੀਕਲ खेती ਦੇ ਬਰਾਬਰ ਆਈ। ਫਿਰ ਗੱਲ ਬਾਈ ਜੀ ਉੱਥੇ ਹੀ ਆ ਜਾਂਦੀ ਆ ਕਿ ਜੇਕਰ ਉਹ ਪਿੰਡਾਂ ਦੇ ਵਿੱਚ ਜਾਣਗੇ, ਪਿੰਡਾਂ ਦੇ ਲੋਕ ਜਾਗਰੂਕ ਹੋ ਜਾਣਗੇ, ਪਿੰਡਾਂ ਦੇ ਨੌਜਵਾਨ ਜਾਗਰੂਕ ਹੋਣਗੇ, ਫਿਰ ਉਹ ਸਰਕਾਰ ਦੇ ਖਿਲਾਫ ਜਿਹੜੀ ਆ ਆਵਾਜ਼ ਉਠਾਉਣਗੇ। ਗੱਲਬਾਤ ਉੱਥੇ ਹੀ ਆਉਂਦੀ, ਗੱਲ ਉੱਥੇ ਹੀ ਆਉਂਦੀ ਹੈ। MSP ਖਤਮ ਕਰਨ ਦੇ ਆਰਡੀਨੈਂਸ ਆ ਗਏ। ਮੈਂ ਇਹ ਵੀ ਦੇਖਦਾ ਪਿਆ ਪਿਛਲੇ 5-7 ਸਾਲਾਂ 'ਚ ਕਿ ਨੌਜਵਾਨ ਕਿਸਾਨ ਫਾਹੇ ਲੈ ਰਹੇ। ਬਿਲਕੁਲ ਜੀ। ਤੇ ਆ ਟਿਕਟੌਕ ਵਾਲੇ ਕੀ ਕਰਨਗੇ? ਇਹਨਾਂ ਨੇ ਵੀ ਫਾਹੀ ਲੈਣੇ ਜੀ। ਪੰਜਾਬ ਦੀ ਜ਼ਮੀਨ ਇਸ ਵੇਲੇ ਜਿਹੜੇ ਉਹਦੇ ਹਾਲਾਤ ਆ ਆਰਗੈਨਿਕ ਮੈਟਰ ਪੱਖੋਂ ਕੈਮੀਕਲ ਖੇਤੀ ਦੇ ਵੀ ਲਾਇਕ ਨਹੀਂ ਹੈਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ RMB ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਤੁਹਾਡਾ ਦੋਸਤ ਜਸ ਕਰੇਵਾਲ। ਬੱਬੂ ਮਾਨ ਸਾਹਿਬ ਦੇ ਇੱਕ ਗੀਤ ਦੀਆਂ ਅੱਜ ਮੈਨੂੰ ਕੁਝ ਸਤਰਾਂ ਯਾਦ ਆ ਰਹੀਆਂ ਨੇ ਕਿ ਜੱਟ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ, ਜਾਂ ਫਿਰ ਇਉਂ ਕਹਿ ਲਈਏ ਕਿ ਕਿਸਾਨ ਦੀ ਜੂਨ ਬੁਰੀ ਤੜਫ ਤੜਫ ਮਰ ਜਾਣਾ। ਤੇ ਕਿਸਾਨ ਦੀ ਜੂਨ ਜਿਹੜੀ ਆ ਹੋਰ ਬੁਰੀ ਹੋਣ ਵਾਲੀ ਆ, ਕਿਸਾਨੀ ਦੀ ਜੂਨ, ਕਿਉਂਕਿ ਸਰਕਾਰ ਦੇ ਨਿਰਦੇਸ਼ ਜਿਹੜੇ ਆ ਉਹ ਇਹਨਾਂ ਗੱਲਾਂ ਦੇ ਸੰਕੇਤ ਦਿੰਦੇ ਨੇ। ਪਿੱਛੇ ਜੇ ਨਿਤਿਨ ਗਡਕਰੀ ਸਾਹਿਬ ਦਾ ਇੱਕ ਬਿਆਨ ਆਉਂਦਾ ਆ, ਉਸ ਬਿਆਨ ਦੇ ਵਿੱਚ ਉਹ MSP ਖਤਮ ਕਰਨ ਦੀ ਗੱਲ ਕਰਦੇ ਆ, ਪਰ ਅਸੀਂ ਹੈਰਾਨ ਸੀ ਇਹ ਗੱਲ ਕਰਨ ਤੋਂ ਬਾਅਦ ਜਿਹੜਾ ਆ ਖਾਸ ਕਰ ਪੰਜਾਬ ਦੀ ਕਿਸਾਨੀ ਤੇ ਗੱਲ ਕਰੀਏ, ਪੰਜਾਬ ਦੇ ਨੌਜਵਾਨ ਵਰਗ ਦੀ ਗੱਲ ਕਰੀਏ ਤਾਂ ਕੋਈ ਵੀ ਇਸ ਮੁੱਦੇ ਤੇ ਉੱਠ ਕੇ ਸਾਹਮਣੇ ਨਹੀਂ ਆਇਆ। ਕੁਝ ਚੈਨਲਾਂ ਨੇ, ਕੁਝ ਜਿਹੜਾ ਆ ਅਖਬਾਰਾਂ ਨੇ, ਮੈਗਜ਼ੀਨਾਂ ਨੇ ਇਹ ਜਿਹੜਾ ਆ ਮੁੱਦਾ ਜ਼ਰੂਰ ਚੁੱਕਿਆ ਆ। ਤਾਂ ਇੱਥੇ ਫਿਰ ਇਹ ਕਹਿਣਾ ਸਹੀ ਹੋਵੇਗਾ ਕਿ ਪੰਜਾਬ ਦਾ ਨੌਜਵਾਨ ਵਰਗ ਜਿਹੜਾ ਆ ਉਹ ਮਸ਼ਰੂਫ ਆ। ਮਸ਼ਰੂਫ ਕਿਸ ਦੇ ਵਿੱਚ ਆ? ਕਿਉਂਕਿ ਕੁਝ ਕੁ ਤਾਂ ਮਸ਼ਰੂਫ ਨੇ ਬਾਹਰ ਜਾਣ ਦੇ ਲਈ ਕਿ ਕਦੋਂ ਵੀਜ਼ੇ ਖੋਲ੍ਹਣਗੇ ਅਤੇ ਕਦੋਂ ਅਸੀਂ ਬਾਹਰ ਦੀ ਧਰਤੀ 'ਤੇ ਪਹੁੰਚ ਗਏ। ਜਿਹੜੇ ਰਹਿੰਦੇ ਖੂੰਦੇ ਆ ਉਹ ਟਿਕਟੌਕ ਦੇ ਵਿੱਚ ਮਸ਼ਰੂਫ ਨੇ। ਤਾਂ ਮੈਂ ਇੱਥੇ ਇੱਕ ਗੱਲ ਦੱਸਣੀ ਲਾਜ਼ਮੀ ਸਮਝੂੰਗਾ ਕਿ ਜੇਕਰ MSP ਜਿਹੜਾ ਆ ਖ਼ਤਮ ਕਰ ਦਿੱਤਾ ਜਾਂਦਾ ਹੈ ਤਾਂ ਅਸੀਂ ਟਿਕਟੌਕ ਜਿਹੜਾ ਜਿਸ ਇੰਟਰਨੈੱਟ ਦੇ ਸਹਾਰੇ ਚਲਾਉਣੇ ਆ, ਸਾਡੇ ਕੋਲ ਮੈਨੂੰ ਲੱਗਦਾ ਉਹ ਪਵਾਉਣ ਜੋਗੇ ਪੈਸੇ ਵੀ ਨਹੀਂ ਬਚਣੇ, ਕਿਉਂਕਿ ਪੰਜਾਬ ਦਾ ਕਿਸਾਨ ਤਾਂ ਪਹਿਲਾਂ ਹੀ ਡੁੱਬਦਾ ਜਾ ਰਿਹਾ ਹੈ। ਪੰਜਾਬ ਦੀ ਕਿਸਾਨੀ ਪਹਿਲਾਂ ਹੀ ਡਿੱਗਦੀ ਜਾ ਰਹੀ ਆ। ਇਸ ਬਾਬਤ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਖੇਤੀਬਾੜੀ ਦੇ ਵਿੱਚ ਵੱਡਾ ਤਜਰਬਾ ਰੱਖਣ ਵਾਲੇ ਬਾਈ ਗੁਰਪ੍ਰੀਤ ਸਿੰਘ ਦਵੜੀਖਾਨਾ ਹੋਣਗੇ। ਅੱਜ ਕੱਲ੍ਹ ਦੀ ਖੇਤੀਬਾੜੀ ਤੇ ਵੀ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਖਾਸ ਜਿਹੜਾ ਆ ਮੁੱਦਾ MSP ਦੇ ਉੱਪਰ ਰਹੇਗਾ ਕਿ MSP ਹੈ ਕੀ, ਜੇਕਰ MSP ਖਤਮ ਹੁੰਦਾ ਆ ਤਾਂ ਪੰਜਾਬ ਦੇ ਕਿਸਾਨਾਂ ਨੂੰ ਇਸ ਦਾ ਕੀ ਨੁਕਸਾਨ ਹੋਵੇਗਾ। ਬਾਈ ਦੇ ਨਾਲ ਗੱਲਬਾਤ ਕਰਦੇ ਹਾਂ। ਗੁਰਪ੍ਰੀਤ ਬਾਈ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਬਾਈ ਜੀ, ਪਹਿਲਾਂ ਤਾਂ ਸ਼ੁਰੂਆਤ ਆਪਾਂ ਇਸ ਗੱਲ ਤੋਂ ਹੀ ਕਰੀਏ ਜਿਹੜਾ ਬਿਆਨ ਗਡਕਰੀ ਸਾਹਿਬ ਦਾ ਆਉਂਦਾ ਹੈ MSP, ਕਿਉਂਕਿ ਮੈਨੂੰ ਲੱਗਦਾ ਵੀ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਆਪਣੇ ਕੁਝ ਕੁ ਨੌਜਵਾਨਾਂ ਨੇ ਵੀ ਕਿਸੇ ਨੇ ਵੀ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੱਤਾ, ਜਾਂ ਫਿਰ ਆਪਾਂ ਇਉਂ ਕਹਿ ਲਈਏ ਕਿ ਉਹਨਾਂ ਨੂੰ ਉਹ ਅਣਜਾਣ ਨੇ, ਉਹਨਾਂ ਨੂੰ ਇਹੀ ਨਹੀਂ ਪਤਾ ਵੀ MSP ਹੈ ਕੀ, ਜੇ ਖਤਮ ਹੁੰਦਾ ਆ ਤਾਂ ਸਾਡੇ ਲਈ ਇਹ ਕਿੰਨਾ ਕੁ ਨੁਕਸਾਨਦਾਇਕ ਆ। ਪਹਿਲਾਂ ਡਿਟੇਲ ਦੇ ਵਿੱਚ ਦੱਸ ਦਿਓ MSP ਹੈ ਕੀ। ਸਭ ਤੋਂ ਪਹਿਲਾਂ ਤਾਂ ਗੱਲ ਜਦੋਂ MSP ਦੀ ਕਰਦੇ ਹਾਂ ਤਾਂ ਇਹਨੂੰ ਮਿਨੀਮਮ ਸਪੋਰਟ ਪ੍ਰਾਈਸ ਕਿਹਾ ਜਾਂਦਾ। ਘੱਟੋ ਘੱਟ ਸਮਰਥਨ ਮੁੱਲ ਜਿਹੜਾ ਕਿ ਸਰਕਾਰ ਵੱਲੋਂ ਕੁਝ ਚੁਣਿੰਦਾ ਫਸਲਾਂ ਦੇ ਉੱਤੇ ਕਿਸਾਨਾਂ ਨੂੰ ਇਨਸ਼ੋਰ ਕੀਤਾ ਜਾਂਦਾ ਵੀ ਇੰਨਾ ਤਾਂ ਤੁਹਾਨੂੰ ਮਿਲੇਗਾ ਹੀ ਮਿਲੇਗਾ। ਜਿਵੇਂ ਪੰਜਾਬ ਹਰਿਆਣੇ ਦੇ ਵਿੱਚ ਕਣਕ ਝੋਨੇ ਦਾ ਘੱਟੋ ਘੱਟ ਜਿਹੜਾ ਖਰੀਦ ਮੁੱਲ ਹੈ ਉਹ 1800-1900 ਰੁਪਏ ਰਹਿੰਦਾ। 25-50 ਇੱਧਰ ਉੱਧਰ ਹੋ ਜਾਂਦੇ ਆ। ਤਾਂ ਇਹ ਇੱਕ ਗਰੰਟੀ ਆ ਜੀ ਵੀ ਤੁਸੀਂ ਉਗਾਓ ਤੇ ਅਸੀਂ ਇਸ ਰੇਟ ਤੇ ਖਰੀਦਾਂਗੇ ਹੀ ਖਰੀਦਾਂਗੇ। ਹੁਣ ਜਦੋਂ ਗਡਕਰੀ ਸਾਹਿਬ ਦਾ ਇਹ ਬਿਆਨ ਆਉਂਦਾ, ਮੈਨੂੰ ਸਾਹਿਬ ਕਹਿਣਾ ਵੀ ਚੰਗਾ ਨਹੀਂ ਲੱਗ ਰਿਹਾ, ਵੀ ਨਿਤਿਨ ਗਡਕਰੀ ਦਾ ਜਦੋਂ ਇਹ ਬਿਆਨ ਆਉਂਦਾ ਕਿ ਜੇ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਕੰਟੀਨਿਊ ਕਰਦੇ ਹਾਂ, ਇਹਨੂੰ ਜਾਰੀ ਰੱਖਦੇ ਹਾਂ ਘੱਟੋ ਘੱਟ ਸਮਰਥਨ ਮੁੱਲ ਨੂੰ, ਤਾਂ ਇਹਦਾ ਦੇਸ਼ ਦੀ ਆਰਥਿਕਤਾ 'ਤੇ ਬਹੁਤ ਮਾੜਾ ਅਸਰ ਆਉਣ ਵਾਲਾ ਜੀ। ਪਹਿਲੀ ਗੱਲ ਵੀ ਦੇਸ਼ ਦੀ ਜਿਹੜੀ ਆਰਥਿਕਤਾ ਉਹਦੀ ਰੀੜ ਜਿਹੜੀ ਹੈਗੀ ਆ ਉਹ ਖੇਤੀ ਆ। ਬਿਲਕੁਲ ਜੀ। ਤੇ ਖੇਤੀ ਦੇ ਨਾਲ ਸਾਡਾ ਜਿਹੜਾ ਸਿੱਧੇ ਤੌਰ ਤੇ 70% ਜਿਹੜੀ ਆਬਾਦੀ ਆ ਉਹ ਜੁੜੀ ਹੋਈ ਆ। ਤਾਂ ਜੇ ਤੁਸੀਂ
ਇੰਡਸਟਰੀ ਦੀ ਗੱਲ ਕਰੋ ਤਾਂ ਇੰਡਸਟਰੀ ਕਿੰਨੇ % ਲੋਕਾਂ ਨੂੰ ਫੀਡ ਕਰਦੀ ਪਈ ਆ ਜੀ ਤੇ ਖੇਤੀ ਸਣੇ ਇੰਡਸਟਰੀ ਸਾਰਿਆਂ ਨੂੰ ਫੀਡ ਕਰਦੀ ਪਈ ਆ। ਬਿਲਕੁਲ ਜੀ। ਇਹਦੇ ਵਿੱਚ 70% ਲੋਕ ਰੋਜ਼ਗਾਰ ਹਾਸਲ ਕਰਦੇ ਆ ਤੇ 100% ਲੋਕਾਂ ਨੂੰ ਇਹ ਖਾਣਾ ਦਿੰਦੀ ਆ। ਦਿੰਦੀ ਹੈ ਜੀ। ਠੀਕ ਆ, ਜਿਹੜੀ ਇਸ ਤਰ੍ਹਾਂ ਦਾ ਸਾਡਾ ਇੱਕ ਸਿਸਟਮ ਹੈਗਾ ਫਸਲਾਂ ਪੈਦਾ ਕਰਕੇ ਅੰਨ ਉਪਜਾ ਕੇ ਅੱਗੇ ਤੱਕ ਪਹੁੰਚਾਉਣਾ, ਉਹਨੂੰ ਤਾਂ ਕਹਿ ਰਹੇ ਆ ਵੀ ਇਹਦੇ ਤੋਂ ਆਰਥਿਕਤਾ ਨੂੰ ਖਤਰਾ ਹੈ। ਜਿਹਦੇ ਵਿੱਚ ਕੋਈ ਕਰਜ਼ੇ ਮਾਫੀ ਨਹੀਂ ਹੁੰਦੀ। ਬਿਲਕੁਲ ਜੀ। ਸਬਸਿਡੀਆਂ ਵੀ ਜਿਹੜੀਆਂ ਦਿੱਤੀਆਂ ਜਾਂਦੀਆਂ ਕੈਮੀਕਲ ਫਾਰਮਿੰਗ ਦੇ ਵਿੱਚ, ਉਹ ਵੀ ਕਿਸਾਨਾਂ ਨੂੰ ਡਾਇਰੈਕਟ ਨਹੀਂ ਦਿੱਤੀਆਂ ਜਾਂਦੀਆਂ। ਜੀ ਜੀ। ਯੂਰੀਆ ਬਣਾਉਣ ਵਾਲੀ ਕੰਪਨੀ ਨੂੰ ਦਿੱਤੀ ਜਾਊਗੀ, ਜੀ, ਜੀ। DAP ਬਣਾਉਣ ਵਾਲੀ ਕੰਪਨੀ ਬਿਲਕੁਲ ਨੂੰ ਜੀ। ਦਿੱਤੀ ਜਾਏਗੀ। ਬਿਲਕੁਲ ਜੀ। ਤਾਂ ਇਸ ਤਰ੍ਹਾਂ ਦੀ ਜਿਹੜੀ ਖੇਤੀ ਹੈ ਜਿਹਦੇ ਵਿੱਚ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ ਜਾਂਦਾ, ਬਿਲਕੁਲ ਜੀ। ਉਹਦੇ ਤੋਂ ਤਾਂ ਆਰਥਿਕਤਾ ਨੂੰ ਖਤਰਾ। ਹੈ। ਜਦੋਂ ਕਿਸਾਨ ਹੈਂਡ ਟੂ ਮਾਊਥ ਕਹਿੰਦੇ ਆ, ਬਿਲਕੁਲ ਜੀ। ਠੀਕ ਹੈ, ਹੈਂਡ ਟੂ ਮਾਊਥ ਵਾਲੀ ਪੋਜੀਸ਼ਨ ਦੇ ਵਿੱਚ ਵੀ ਦੇਸ਼ ਨੂੰ ਜਿਉਂਦਾ ਰੱਖ ਰਿਹਾ। ਰੱਖ ਰਿਹਾ। ਇੰਨੇ ਘਾਟੇ ਵਿੱਚ ਜੀ। ਰਹਿ ਕੇ ਵੀ ਕਿਸਾਨ ਦੇਸ਼ ਨੂੰ ਜਿਉਂਦਾ ਰੱਖ ਰਿਹਾ। ਉਹਦੇ ਸਿਸਟਮ ਤੋਂ ਤਾਂ ਸਰਕਾਰ ਦੀ ਆਰਥਿਕਤਾ ਨੂੰ ਖਤਰਾ ਹੈ। ਪਰ ਜਿਹੜੀ ਇੰਡਸਟਰੀ ਆ, ਅੰਬਾਨੀਆਂ ਅਡਾਨੀਆਂ ਨੂੰ ਜਿਹੜੇ ਲੱਖਾਂ ਕਰੋੜ ਰੁਪਏ ਦੇ ਜਿਹੜੇ ਕਰਜ਼ੇ ਹੈਗੇ ਆ, ਉਹ ਉਹਨਾਂ ਦੇ ਮਾਫ ਕਰ ਦਿੱਤੇ ਜਾਂਦੇ ਆ, ਸਫਾਇਆ ਕਰ ਦਿੱਤਾ, NPA 'ਚ ਪਾ ਦਿੱਤੇ ਜਾਂਦੇ ਆ, ਮਤਲਬ 20-20 ਲੱਖ ਕਰੋੜ ਇੱਕ ਵਾਰੀ 'ਚ ਹੀ। ਠੀਕ ਹੈ, ਫਿਰ ਉਹਨਾਂ ਦੇ ਵਿਆਜ ਮੁਕਤ ਕਰ ਦਿੱਤੇ ਜਾਂਦੇ ਆ। ਜੀ। ਤੇ ਜਿਹੜੀ ਇਨਵੈਸਟਮੈਂਟ ਹੁੰਦੀ ਹੈ, ਇੰਡਸਟਰੀਅਲ ਇਨਵੈਸਟਮੈਂਟ, ਬਿਲਕੁਲ ਜੀ। ਕੋਈ ਵੀ ਇੰਡਸਟਰੀਅਲਿਸਟ ਜਾਂ ਉਦਯੋਗਿਕ ਘਰਾਣਾ ਆਪਦੇ ਪੱਲਿਓਂ ਇਨਵੈਸਟਮੈਂਟ ਨਹੀਂ ਕਰਦਾ। ਉਹ ਕੀ ਕਰਦਾ ਕਿ ਸਰਕਾਰ ਦੀ ਗਾਰੰਟੀ ਤੇ ਬੈਂਕਾਂ ਤੋਂ ਹਜ਼ਾਰਾਂ ਲੱਖਾਂ ਕਰੋੜ ਰੁਪਏ ਚੁੱਕਦਾ, ਤੇ ਸਰਕਾਰ ਦੀ ਗਾਰੰਟੀ ਤੇ ਜਿਹੜਾ ਕਰਜ਼ਾ ਚੁੱਕਿਆ ਜਾਂਦਾ ਉਹਦੇ ਤੇ ਵਿਆਜ ਕਿਤਾ ਹੁੰਦਾ 0.1%। ਜੀ। ਜਿਵੇਂ ਨੈਨੋ ਵਾਲਾ ਕਾਰਖਾਨਾ ਉੱਤੇ ਲੱਗਿਆ ਸੀ ਜੀ ਬੰਗਾਲ ਦੇ ਵਿੱਚ, ਤਾਂ ਉਹਨਾਂ ਨੂੰ 12,000 ਕਰੋੜ ਰੁਪਏ ਸ਼ਾਇਦ ਇਹ ਅਮਾਉਂਟ ਸੀਗੀ, ਤਾਂ ਉਹ 0.1% ਤੇ ਮਿਲੀ। ਆਹ ਰਿਫਾਈਨਰੀ ਨੂੰ ਵੀ ਇਦਾਂ ਹੀ, ਬਠਿੰਡੇ ਵਾਲੀ ਨੂੰ। ਠੀਕ ਹੈ, ਤਾਂ ਲਕਸ਼ਮੀ ਮਿੱਤਲ ਆ ਉਹਦਾ ਨਾਂ ਸ਼ਾਇਦ, ਰਿਫਾਈਨਰੀ ਵਾਲੇ ਬੰਦੇ ਦਾ, ਉਹਨੇ ਆਪਦੇ ਪੱਲਿਓਂ 1 ਪੈਸਾ ਨਹੀਂ ਲਾਇਆ। ਗਾਰੰਟੀ ਪੰਜਾਬ ਸਰਕਾਰ ਦੀ, ਵਿਆਜ 0.1%। ਤੇ ਇਹਨਾਂ ਤੋਂ ਆਰਥਿਕਤਾ ਨੂੰ ਫਾਇਦਾ। ਜੀ ਬਿਲਕੁਲ। ਅੱਛਾ, ਗਡਕਰੀ ਸਾਹਿਬ ਨੇ ਤਾਂ ਇਹ ਵੀ ਕਹਿੰਦੇ ਜਿਹੜੀ ਇਹ ਅਸੀਂ MSP ਦੇ ਰਹੇ ਹਾਂ ਕਿਸਾਨਾਂ ਨੂੰ, ਕਹਿੰਦੇ ਸਰਕਾਰ ਦੀ ਮਜਬੂਰੀ ਆ ਇਹ ਦੇਣਾ। ਨਹੀਂ, ਇਹ ਜਿਹੜੀ ਸਰਕਾਰ ਹੈ, ਹਾਂਜੀ, ਇਹਨੂੰ ਤੁਸੀਂ ਜੇ ਦੇਖੋ, BJP ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ, ਤੇ ਚਾਹੇ ਕਿਸੇ ਲਾਲ ਝੰਡੇ ਵਾਲੇ ਦੀ ਆਏ, ਇਹ ਸਾਰਾ ਕੰਮ ਚੱਲਣਾ ਤਾਂ WTO ਤੋਂ ਹੀ ਆ, ਵਰਲਡ ਬੈਂਕ ਤੋਂ ਆ, IMF ਤੋਂ ਹੀ ਆ। ਨੀਤੀਆਂ ਜਿਹੜੀਆਂ ਹੈਗੀਆਂ ਪੂਰੇ ਕਿਸੇ ਵੀ ਦੇਸ਼ ਨੂੰ ਚਲਾਉਣ ਦੀਆਂ, ਉਹ ਕਿੱਥੋਂ ਬਣਦੀਆਂ? ਵਰਲਡ ਬੈਂਕ ਤੋਂ ਬਣਦੀਆਂ। ਬਿਲਕੁਲ। ਉਹਨੂੰ WTO ਉਹਦੇ ਪਿੱਛੇ ਖੜਾ। ਠੀਕ ਹੈ, ਤਾਂ ਨੀਤੀਆਂ ਮਨਮੋਹਨ ਸਿੰਘ ਵੇਲੇ ਤੋਂ ਜਿਹੜੀਆਂ ਬਣੀਆਂ ਤੇ ਲਾਗੂ ਹੋਣੀਆਂ ਸ਼ੁਰੂ ਹੋਈਆਂ, ਉਹੀ ਨੀਤੀਆਂ ਸਾਰੀਆਂ ਸਰਕਾਰਾਂ ਨੇ ਅੱਗੇ ਵਧਾਈਆਂ। WTO ਦੇ ਜਿਹੜੇ ਸਾਰੇ ਸਮਝੌਤੇ ਹੈਗੇ ਆ, ਉਹਨਾਂ ਨੂੰ ਲਾਗੂ ਕਰਨ ਦੀ ਜਿਹੜੀ ਲਾਸਟ ਡੇਟ ਸੀਗੀ ਉਹ 2018 ਸੀ। ਤਾਂ ਇਹ 2 ਸਾਲ ਪਿੱਛੇ ਚੱਲ ਰਹੇ ਆ। ਤਾਂ ਮੈਨੂੰ ਇਹ ਲੱਗਦਾ ਕਿ ਜੇ ਉਹ ਇਹਨੂੰ ਸਿੱਧੇ ਤਰੀਕੇ WTO ਵਾਲੀਆਂ ਨੀਤੀਆਂ ਨੂੰ ਲਾਗੂ ਕਰਨ ਵਾਸਤੇ ਅੱਗੇ ਆਉਂਦੇ ਤਾਂ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਣਾ ਸੀ ਤੇ ਸਰਕਾਰਾਂ ਨੂੰ ਕੁਝ ਸਮਝ ਨਹੀਂ ਆਉਣਾ ਸੀ ਵੀ ਕਰੀਏ ਕੀ ਤੇ ਨਾ ਕਰੀਏ। ਉਹਨਾਂ ਨੇ ਕਰੋਨਾ ਦੀ ਆੜ ਲਈ ਆ। ਕਰੋਨਾ ਦੀ ਆੜ ਦੇ ਵਿੱਚ ਲੋਕਾਂ ਨੂੰ ਘਰੋਂ ਘਰੀ ਤਾੜਤਾ, ਬਾਹਰ ਨਿਕਲੋਗੇ ਪੁਲਿਸ ਕੁੱਟੂਗੀ, ਤੇ ਦਿਮਾਗ ਦੇ ਵਿੱਚ ਦਹਿਸ਼ਤ ਭਰਤੀ ਵੀ ਕਰੋਨਾ 0.1% ਵੀ ਲੋਕ ਕਰੋਨਾ ਕਰਕੇ ਮਰੇ ਨਹੀਂ ਪੂਰੀ ਦੁਨੀਆ ਦੇ ਵਿੱਚ। ਤਾਂ ਕਰੋਨਾ ਦੀ ਆੜ ਲੈ ਕੇ ਲੋਕਾਂ ਨੂੰ ਕੰਟਰੋਲ ਕੀਤਾ ਗਿਆ। ਹੁਣ ਜਿਹੜੇ ਕੰਟਰੋਲਡ ਪੀਪਲ ਹੈਗੇ ਆ, ਉਹ ਡਰੇ ਹੋਏ, ਸਹਿਮੇ ਹੋਏ ਕੰਟਰੋਲਡ ਲੋਕ ਆ ਜਿਹੜੇ, ਉਹਨਾਂ ਦੀ ਇਸ ਸਿਚੁਏਸ਼ਨ ਦਾ ਫਾਇਦਾ ਉਠਾ ਕੇ ਕਿੰਨੇ ਹੀ ਕੰਮ ਕਰਤੇ। ਬਿਲਕੁਲ ਜੀ, ਬਿਲਕੁਲ। ਠੀਕ ਹੈ, ਬਿਲਕੁਲ। ਦੇਖੋ, ਇੱਕ ਤਾਂ ਫੋਰਨ ਡਾਇਰੈਕਟ ਇਨਵੈਸਟਮੈਂਟ ਡਿਫੈਂਸ ਦੇ ਵਿੱਚ 74% ਕਰਤੀ। ਠੀਕ ਹੈ, ਪਹਿਲਾਂ ਤਾਂ ਕਹਿੰਦੇ ਆ ਮੇਕ ਇਨ ਇੰਡੀਆ, ਬਿਲਕੁਲ ਹੈ, ਤੇ ਹੁਣ 74% ਪੈਸਾ ਬਾਹਰਲੇ ਲੋਕਾਂ ਦਾ ਲਵਾ ਰਹੇ ਆ ਉਹਦੇ 'ਚ। ਤੇ ਇਹ ਕਿਹੜਾ ਮੇਕ ਇਨ ਇੰਡੀਆ ਹੋ ਗਿਆ? ਇਹਦੇ ਇਲਾਵਾ 22-23 ਕੰਪਨੀਆਂ ਵੇਚਤੀਆਂ ਜਿਹੜੀਆਂ ਫਾਇਦੇ 'ਚ ਚੱਲ ਰਹੀਆਂ ਸੀ ਸਰਕਾਰੀ, ਉਹ ਵੇਚਤੀਆਂ, ਤੇ ਸਾਰਾ ਕੁਝ ਕਰੋਨਾ ਦੌਰਾਨ ਹੀ ਹੋ ਗਿਆ। ਠੀਕ ਹੈ, ਤਾਂ ਇਹ ਜਿਹੜਾ ਸਾਰਾ ਕੁਝ ਹੈਗਾ ਬਿਲਕੁਲ ਸੋਚਿਆ ਸਮਝਿਆ ਕੀਤਾ ਜਾ ਰਿਹਾ। WTO ਵਾਲੀਆਂ ਜਿਹੜੀਆਂ ਸ਼ਰਤਾਂ ਸੀਗੀਆਂ, ਸਮਝੌਤੇ ਸੀਗੇ, ਉਹਨਾਂ ਨੂੰ ਇਹਨਾਂ ਨੇ
ਲਾਗੂ ਕਰਨਾ ਹੈ। ਪਰ ਹੌਲੀ ਉਹ ਗੱਲ ਉਹੀ ਆ ਕਿ ਹੌਲੀ ਹੌਲੀ ਲਾਗੂ ਕਰ ਰਹੇ ਆ। ਲਾਗੂ ਕਰਨ ਦੀ ਗੱਲ ਇੱਕ ਪਾਸੇ ਤਾਂ ਮੁੱਦਾ ਇਹ ਉੱਠਦਾ ਹੈ, ਕਿਸਾਨੀ ਉਠਾਉਂਦੀ ਹੈ ਕਿ ਸਵਾਮੀਨਾਥਨ ਰਿਪੋਰਟ ਜਿਹੜੀ ਆ ਲਾਗੂ ਕੀਤੀ ਜਾਵੇ। ਉਹ ਤਾਂ ਗੱਲ ਪਾਸੇ ਰਹਿ ਗਈ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ MSP ਖਤਮ ਹੁੰਦਾ ਹੈ। ਚਲੋ ਇਹ ਗੱਲ ਆਪਾਂ ਇੱਕ ਵਾਰੀ ਮੰਨ ਲੈਣਾ, ਜੇ MSP ਜਿਹੜਾ ਹੈ ਖਤਮ ਕੀਤਾ ਜਾਂਦਾ ਆ ਤਾਂ ਕਿਸਾਨਾਂ ਨੂੰ ਨੁਕਸਾਨ ਕਿਸ ਹੱਦ ਤੱਕ ਹੋਊਗਾ? ਦੇਖੋ ਜੀ, ਜਦੋਂ MSP ਖਤਮ ਕੀਤਾ ਜਾਂਦਾ ਤਾਂ ਜਿਹੜੀ ਉਹਨਾਂ ਦੀ ਘੱਟੋ ਘੱਟ ਕੀਮਤ ਹੈਗੀ ਆ ਸਰਕਾਰ ਵੱਲੋਂ ਨਿਸ਼ਚਿਤ ਕੀਤੀ ਗਈ, ਉਹਦੇ ਤੇ ਖਰੀਦ ਨਹੀਂ ਹੋਊਗੀ। ਤਾਂ MSP ਕੱਲਾ ਖਤਮ ਨਹੀਂ ਹੋ ਰਿਹਾ। ਉਹ ਜਿਹੜਾ ਦੂਸਰਾ ਐਕਟ ਹੈਗਾ ਜੀ, ਜਿਹਦੇ ਵਿੱਚ ਮੰਡੀਕਰਨ ਨਾਲ ਜੁੜੀਆਂ ਚੀਜ਼ਾਂ ਸ਼ਾਮਿਲ ਆ ਜੀ, APMC ਸ਼ਾਇਦ ਉਹਦਾ ਨਾਂ, ਤਾਂ ਉਹਦੇ ਵਿੱਚ ਜਿਹੜਾ ਹੈਗਾ ਵਪਾਰੀਆਂ ਨੂੰ ਖੁੱਲ੍ਹ ਦਿੱਤੀ ਗਈ ਹੈ ਜੀ, ਕਿਸਾਨਾਂ ਦੇ ਨਾਂ ਤੇ। ਜੀ, 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 ਵੀ ਕੋਈ ਵੀ ਕਿਸਾਨ ਆਪਣੀ ਜਿਣਸ ਜਿੰਨਾ ਚਿਰ ਮਰਜ਼ੀ ਸਟੋਰ ਕਰ ਸਕਦਾ, ਜਦੋਂ ਮੰਡੀ 'ਚ ਉਹਦਾ ਰੇਟ ਹੋਏਗਾ ਉਦੋਂ ਲੈ ਜੇ। ਹੁਣ ਮੈਨੂੰ ਐਂ ਦੱਸੋ ਵੀ ਕਿਹੜੇ ਕਿਸਾਨ ਕੋਲੇ ਇੰਨੀ ਵੱਡੀ ਸਟੋਰੇਜ ਕੈਪੈਸਿਟੀ ਹੈ ਜੀ, ਵੀ ਉਹ ਆਪਣਾ ਜਿਹੜਾ ਹੈਗਾ ਆਪਣੀ ਜਿਣਸ ਆ ਉਹ ਸਟੋਰ ਕਰ ਲੇਗਾ। ਹੁਣ ਜਿਹੜੇ ਖੇਤ 'ਚ ਆਪਾਂ ਬੈਠੇ ਆ, ਮੇਰੇ ਮਿੱਤਰ ਦਾ ਖੇਤ ਆ, ਇੱਥੇ 20 ਕਿੱਲਿਆਂ ਦੀ ਖੇਤੀ ਆ। ਹੁਣ 20 ਕਿੱਲਿਆਂ ਦੇ ਵਿੱਚੋਂ ਕਣਕ 400 ਕੁਆਂਟਲ ਹੋ ਜਾਣੀ ਜੀ, ਠੀਕ ਹੈ। ਹੁਣ 400 ਕੁਆਂਟਲ ਕਣਕ ਸਟੋਰ ਕਰਨ ਦੀ ਕੈਪੈਸਿਟੀ ਕਿਹਦੇ ਕੋਲੇ ਆ? ਕਿਸੇ ਕੋਲ ਵੀ ਨਹੀਂ, ਕਿਸੇ ਕੋਲੇ ਵੀ ਨਹੀਂ। ਤੇ ਕਿਸਾਨਾਂ ਕੋਲੇ ਤਾਂ ਹੈ ਨਹੀਂ, ਬਿਲਕੁਲ ਨਹੀਂ ਹੈਗੀ। ਤੇ ਜਿਨ੍ਹਾਂ ਕੋਲੇ ਹੈਗੀ ਆ ਉਹ ਕੌਣ ਹੈ? ਉਹ ਅਡਾਨੀ ਹੈ, ਬਿਲਕੁਲ ਜੀ, ਉਹ ਅੰਬਾਨੀ ਹੈ, ਵਪਾਰੀ ਨੇ, ਵੱਡੇ ਵਪਾਰੀ। ਹੁਣ ਜਿਹੜੇ ਉਹਨਾਂ ਨੂੰ ਸਾਈਲੋਜ਼ ਕਿਹਾ ਜਾਂਦਾ, ਸਾਈਲੋਜ਼ ਵੱਡੇ ਗੋਦਾਮ ਜੀ। ਤੁਸੀਂ ਜਦੋਂ ਇੱਧਰ ਜਾਂਦੇ ਆ ਤਲਵੰਡੀ ਵਾਲੇ ਪਾਸਿਓਂ, ਤਲਵੰਡੀ ਭਾਈ ਵਾਲੇ ਪਾਸਿਓਂ ਮੋਗੇ ਨੂੰ ਜਾਂਦੇ ਆ, ਤਾਂ ਸਲੀਨੇ ਪਿੰਡ ਕੋਲੇ ਅਡਾਨੀ ਦਾ ਇੱਕ ਬਹੁਤ ਵੱਡਾ ਉਹ ਬਣਿਆ ਹੋਇਆ ਸਾਈਲੋ। ਅੱਛਾ ਜੀ, ਠੀਕ ਹੈ। ਤੇ ਉਹੋ ਜਿਹੇ ਕਿੰਨੇ ਹੀ ਸਾਈਲੋ ਜਿਹੜੇ ਹੈਗੇ ਆ, ਉਹਨਾਂ ਨੂੰ ਪੰਜਾਬ ਸਰਕਾਰ ਨੇ ਉਹ ਕਰ ਦਿੱਤਾ ਵੀ ਇੱਥੇ ਬਣਨਗੇ। ਅੱਛਾ ਜੀ। ਤੇ ਉਹਨਾਂ ਨੂੰ ਸਬਸਿਡੀ ਵੀ ਪੰਜਾਬ ਸਰਕਾਰ ਦੀ ਸ਼ਹਿ ਤੇ ਸਾਰਾ ਕੁਝ ਹੋ ਰਿਹਾ। ਸਬਸਿਡੀ ਵੀ ਦੇ ਰਹੀ ਆ ਓਕੇ ਜੀ, ਵੀ ਤੁਸੀਂ ਬਣਾਓ। ਤਾਂ ਹੁਣ ਗਡਾਊਨ ਕੌਣ ਬਣਾ ਰਿਹਾ? ਵਪਾਰੀ। ਸਟੋਰ ਕੌਣ ਕਰਨਗੇ? ਵਪਾਰੀ। ਤੇ ਇਹ ਜਿਹੜਾ ਹੈਗਾ ਵੀ ਤੁਸੀਂ ਆਪਣੀ ਫਸਲ ਉਦੋਂ ਤੱਕ ਸਟੋਰ ਕਰ ਸਕਦੇ ਹੋ ਜਦੋਂ ਤੱਕ ਰੇਟ ਨਹੀਂ ਆਉਂਦਾ। ਤੇ ਕਿਸਾਨ ਦੇ ਨਾਂ ਤੇ ਕਿਸਾਨ ਨੂੰ ਇਹ ਚੂਸਾ ਫੜਾਤਾ, ਲੋਲੀਪੌਪ। ਠੀਕ ਹੈ। ਪਰ ਉਹ ਲੋਲੀਪੌਪ ਜਿਹੜਾ ਹੈਗਾ ਚੂਸਣਗੇ ਕੌਣ? ਕਿਸਾਨ ਚੂਸੀ ਜਾਣਗੇ। ਤੇ ਜਿਹੜਾ ਹੈਗਾ ਨੁਕਸਾਨ ਕਿਸਾਨਾਂ ਦਾ ਹੋਏਗਾ ਉਹਦੇ 'ਚ, ਤੇ ਜਿਹੜੇ ਵਪਾਰੀ ਉਹਦਾ ਫਾਇਦਾ ਉਠਾਉਣਗੇ। ਤਾਂ ਉਹ ਫਿਰ ਕੀ ਹੋ ਰਿਹਾ ਵੀ ਜਿਹੜਾ ਤੁਸੀਂ ਬਿਹਾਰ 'ਚ ਚਲੇ ਜਾਓ, ਆਪਣੇ ਜਿਹੜਾ ਝੋਨਾ 1900 ਰੁਪਏ ਨੂੰ ਵਿਕਦਾ ਪਿਆ, 1925-50, ਉੱਥੇ ਉਹ 800 ਨੂੰ 1100 ਨੂੰ ਵਪਾਰੀ ਖਰੀਦਦੇ ਆ ਉਹਨੂੰ। ਠੀਕ ਹੈ। ਉੱਥੇ MSP ਨਹੀਂ ਹੈਗਾ ਜੀ। ਤਾਂ ਜੇ ਪੰਜਾਬ ਦੇ ਵਿੱਚ 1900 ਵਾਲੀ ਚੀਜ਼ 800 ਤੋਂ 1100 ਤੱਕ ਆਉਂਦੀ ਹੈ, ਤਾਂ ਤੁਸੀਂ ਦੇਖੋ ਵੀ ਆਉਣ ਵਾਲਾ ਸਮਾਂ ਪੰਜਾਬ ਤੇ ਕਿੰਨਾ ਭਾਰੀ ਹੈ। ਬਿਲਕੁਲ। ਪੰਜਾਬ ਦੇ ਕਿਸਾਨਾਂ ਨੂੰ ਲਿਮਟਾਂ ਦੇ ਜਾਲ 'ਚ ਐਸਾ ਉਲਝਾਇਆ ਗਿਆ, ਜ਼ਮੀਨ ਦੇ ਉੱਤੇ ਮਤਲਬ 50-50 ਲੱਖ ਦੀ ਲਿਮਟ ਆ, ਕਰੋੜ ਦੀ ਲਿਮਟ ਆ, 2.5 ਕਰੋੜ ਦੀ ਲਿਮਟ ਆ ਜੀ ਪੰਜਾਬ ਦੇ ਕਿਸਾਨਾਂ ਦੀ। ਠੀਕ ਹੈ। ਤਾਂ ਇਹਨਾਂ ਦੀਆਂ ਤਾਂ ਲਿਮਟਾਂ ਨਹੀਂ ਘੁੰਮਣੀਆਂ ਇਹਨਾਂ ਤੋਂ। ਜਦੋਂ ਬੈਂਕ 'ਚ ਜਾਂਦੇ ਆ, ਮੈਂ ਵੀ 1-2 ਵਾਰੀ ਗਿਆ ਤੇ ਉੱਥੇ ਕਿਸਾਨ ਬੈਂਕ ਮੈਨੇਜਰ ਕੋਲੇ ਬੈਠਾ, ਕਹਿੰਦਾ ਜੀ ਘੁਮਾ ਦਈਏ ਤੁਹਾਡੀ ਲਿਮਟ। ਮੈਂ ਕਿਹਾ ਇਹ ਕੀ ਹਿਸਾਬ ਕਿਤਾਬ ਆ, ਨਵੀਂ ਸ਼ਬਦ ਆ। ਤਾਂ ਅੱਜ ਤਾਂ ਇਹਨਾਂ ਦੀ ਲਿਮਟ ਘੁੰਮ ਰਹੀ ਆ। ਤੇ ਜਦੋਂ 800 ਤੇ ਝੋਨਾ ਹੋ ਗਿਆ ਜਾਂ 1100 ਤੇ ਲਿਮਟ ਘੁੰਮ ਜੂ। ਤਾਂ ਇਹਨਾਂ ਤੋਂ ਤਾਂ ਲਿਮਟਾਂ ਨਹੀਂ ਘੁੰਮਣੀਆਂ। ਤੇ ਜਿਹੜੀ ਪੰਜਾਬ ਦੀ ਨੌਜਵਾਨੀ ਹੈ, ਉਹਨੂੰ ਹਾਲੇ ਇਹ ਨਹੀਂ ਸਮਝ ਆਏਗੀ ਵੀ ਮੇਰਾ ਬਾਪੂ ਲਿਮਟ ਘੁਮਾਉਂਦਾ ਕਿਵੇਂ ਪਿਆ। ਠੀਕ ਹੈ। ਉਹਨੂੰ ਤਾਂ ਟਿਕਟੌਕ ਵਾਲਾ ਜਿਹੜਾ ਪਲੇਟਫਾਰਮ ਹੈ ਤੇ ਫੇਸਬੁੱਕ ਤੇ ਜਿਹੜੀਆਂ ਯੱਬਲੀਆਂ ਮਾਰਨੀਆਂ, ਉਹ ਹਜੇ ਉਹਦੇ 'ਚ ਮਸਰੂਫ ਹੈ। ਜਿਵੇਂ ਤੁਸੀਂ ਪਹਿਲਾਂ ਹੀ ਸੌਰੀ ਮੈਂ ਤੁਹਾਨੂੰ ਰੋਕੂੰਗਾ ਇੱਥੇ। ਇੱਕ ਪਾਸੇ MSP ਖਤਮ ਕੀਤੀ ਜਾ ਰਹੀ ਆ, ਕਿਸਾਨ ਜਿਹੜਾ ਇੱਦਾਂ ਕਹਿ ਲਈਏ ਕਿ ਕਿਸਾਨੀ ਨੂੰ ਹੋਰ ਕਿਸਾਨੀ ਦਾ ਪੱਧਰ ਨੀਵਾਂ ਕਰਨ ਦੀ ਕੋਸ਼ਿਸ਼ ਸਰਕਾਰ ਕਰ ਰਹੀ ਆ ਜੀ। ਦੂਜੇ ਪਾਸੇ ਉਹਨਾਂ ਕਿਸਾਨਾਂ ਦੇ ਪੁੱਤ ਹੀ ਇੱਧਰਲੇ ਪਾਸੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ, ਇਸ ਪਾਸੇ ਜਾ ਰਹੇ ਹੋ। ਤਾਂ ਫਿਰ ਬਾਈ ਜੀ ਘਾਟ ਕਿੱਥੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਆਪਣੀ ਕਿਉਂਕਿ ਤੁਹਾਡੀ ਪਿੱਛੇ ਜੇ ਇੱਕ ਪੋਸਟ ਆਉਂਦੀ ਆ, ਉਹਦੇ ਵਿੱਚ ਬੜਾ ਤੁਸੀਂ ਜਿਹੜਾ ਆ ਪੂਰੀ ਚੋਟ ਮਾਰੀ ਆ, ਹੈ ਨਾ ਜੀ, ਕਿ ਟਿਕਟੌਕ ਤੇ ਉਲਝੇ ਰਹੋ। ਠੀਕ ਹੈ। ਤੁਸੀਂ ਆਪਣੇ ਟਿਕਟੌਕ ਤੇ ਉਲਝੇ ਰਹੋ। ਜਦੋਂ MSP ਖਤਮ ਹੋ ਗਿਆ ਤੁਹਾਨੂੰ ਉਸ ਤੋਂ ਬਾਅਦ ਪਤਾ ਲੱਗਣਾ ਆ, ਤਾਂ ਤੁਸੀਂ ਕਿਉਂਕਿ ਮਜ਼ਦੂਰੀਆਂ ਕਰਨ ਵਾਲੇ ਰਹਿ ਜਾਣੇ ਆ। ਫਿਰ ਜਦੋਂ ਤੁਹਾਨੂੰ ਇੱਥੋਂ ਮੁੱਲ ਨਹੀਂ ਮਿਲਿਆ ਤਾਂ ਫਿਰ ਤੁਹਾਡੇ ਪੱਲੇ ਕੀ ਰਹਿ ਜਾਣਾ। ਤਾਂ ਉਹੀ ਗੱਲ ਕਰਦਾ ਕਿ ਫਿਰ ਇਹ ਕਮੀ ਕਿੱਥੇ ਆ, ਸਾਡੇ ਨੌਜਵਾਨਾਂ ਨੂੰ ਪਤਾ ਹੀ ਨਹੀਂ। ਦੇਖੋ, ਇੱਕ ਰਸੂਲ ਹਮਜ਼ਾ ਤੋਬ ਦਾ ਇੱਕ ਉਹਨਾਂ ਦਾ ਵਿਚਾਰ ਆ ਜੀ। ਉਹਨਾਂ ਦੀ ਜਿਹੜੀ ਦਾਗਿਸਤਾਨ, ਮੇਰਾ ਦਾਗਿਸਤਾਨ ਕਿਤਾਬ ਆ, ਤਾਂ ਉਹਦੇ ਵਿੱਚ ਕਿਤੇ ਇਹ ਲਿਖਿਆ ਹੋਇਆ
ਵੀ ਮੈਂ ਤੁਹਾਡੇ ਨੌਜਵਾਨਾਂ ਦੇ ਬੁੱਲਾਂ ਤੇ ਜਿਹੜੇ ਗੀਤ ਆ ਹੂੰ ਉਹ ਸੁਣ ਕੇ ਦੱਸ ਦੂੰ ਤੁਹਾਡੀ ਕੌਮ ਦਾ ਭਵਿੱਖ ਕੀ ਹੈ। ਕੀ ਹੈ ਤੇ ਆਪਣੀ ਕੌਮ ਦਾ ਭਵਿੱਖ ਮੈਨੂੰ ਸਾਫ਼ ਨਜ਼ਰ ਆ ਰਿਹਾ। ਕੀ ਹੈ ਠੀਕ ਆ। ਇਹ ਜਿਹੜੇ ਪੰਜਾਬ ਦੇ ਨੌਜਵਾਨ ਆ ਇਹਨਾਂ ਦੇ ਉੱਤੇ ਕਈ ਤਰ੍ਹਾਂ ਨਾਲ ਇਹਨਾਂ ਨੂੰ ਟਰੈਪ ਕੀਤਾ ਗਿਆ। ਜੀ ਠੀਕ ਹੈ। ਪਹਿਲਾਂ ਇਹਨਾਂ ਨੂੰ ਟਰੈਪ ਕੀਤਾ ਗਿਆ ਨਸ਼ਿਆਂ ਨਾਲ। ਬਿਲਕੁਲ ਜੀ ਠੀਕ ਹੈ। ਫਿਰ ਇਹਨਾਂ ਨੂੰ ਟਰੈਪ ਕੀਤਾ ਗਿਆ ਗਾਇਕਾਂ ਨਾਲ। ਜੀ ਠੀਕ ਹੈ। ਆਪਾਂ ਗਾਇਕਾਂ ਦੇ ਨਾਂ ਨਾ ਲਈਏ ਤਾਂ ਮੈਨੂੰ ਲੱਗਦਾ ਬਿਹਤਰ ਹੋਏਗਾ। ਬਿਲਕੁਲ ਜੀ ਬਿਲਕੁਲ ਤਾਂ ਵੱਡੇ ਤੋਂ ਲੈ ਕੇ ਛੋਟੇ ਤੱਕ ਜਿਹੜੇ ਬਾਬਾ ਬੋੜ ਤੱਕ ਵੀ ਜਿਨ੍ਹਾਂ ਨੂੰ ਕਿਹਾ ਗਿਆ ਉਹ ਇਸਤੇਮਾਲ ਕੀਤੇ ਗਏ ਆ। ਬਿਲਕੁਲ ਜੀ ਠੀਕ ਹੈ। ਤਾਂ ਪੰਜਾਬ ਦਾ ਨੌਜਵਾਨ ਨਸ਼ੇ ਅਤੇ ਗਾਇਕਾਂ ਨੇ ਉਲਝਾ ਲਿਆ। ਠੀਕ ਹੈ। ਜੀ ਸਾਡੇ ਘਰਾਂ ਤੱਕ ਨਸ਼ਾ ਪਹੁੰਚਾਉਂਦੇ ਪਏ ਆ। ਬਿਲਕੁਲ ਜੀ ਬਿਲਕੁਲ ਲਾਕਡਾਊਨ ਦੇ ਵਿੱਚ ਹੋਮ ਡਿਲੀਵਰੀ ਹੋਈ ਆ ਲਾਕਡਾਊਨ ਦੇ ਵਿੱਚ ਇੱਕ ਵੀ ਬੰਦੇ ਦੀ ਨਸ਼ੇ ਖੁਣੋਂ ਮੌਤ ਦੀ ਖਬਰ ਨਹੀਂ ਆਈ। ਨਹੀਂ ਆਈ। ਨਹੀਂ ਤਾਂ ਲਾਕਡਾਊਨ ਦੇ ਵਿੱਚ ਚਿੜੀ ਪਰਿੰਦਾ ਨਹੀਂ ਪਰ ਮਾਰ ਰਿਹਾ ਸੀ ਬਿਲਕੁਲ ਬਿਲਕੁਲ ਤੇ ਬੰਦੇ ਵਾਧੂ ਮਰਨੇ ਚਾਹੀਦੇ ਸੀ ਬਿਲਕੁਲ ਜੀ, ਤੜਪ ਕੇ। ਬਿਲਕੁਲ। ਠੀਕ ਹੈ। ਤੇ ਆਪਾਂ ਇਹ ਵੀ ਦੇਖਿਆ ਵੀ ਪੁਲਿਸ ਵਾਲੇ ਫੜੇ ਗਏ ਬਿਲਕੁਲ ਸੋਸ਼ਲ ਮੀਡੀਆ ਤੇ ਬਿਲਕੁਲ ਜਿਹੜਾ ਨਸ਼ੇ ਦੀ ਸਪਲਾਈ ਕਰਦੇ ਕਰਦੇ ਸੀ। ਸੀ। ਠੀਕ ਹੈ। ਤਾਂ ਇੱਕ ਤਾਂ ਸਾਡੇ ਘਰਾਂ ਤੱਕ ਨਸ਼ਾ ਪਹੁੰਚਾਤਾ। ਬਹੁਤ ਵੱਡੀ ਜਿਹੜੀ ਸਾਡੀ ਨੌਜਵਾਨਾਂ ਦੀ ਆਬਾਦੀ ਹੈ ਉਹ ਨਸ਼ੇ ਦੀ ਗ੍ਰਿਫਤ 'ਚ ਹੋ ਗਈ। ਦੂਸਰੇ ਜਿਹੜੇ ਬਚੇ ਖੁਚੇ ਆ ਉਹ ਗਾਇਕਾਂ ਦੀ ਗ੍ਰਿਫਤ 'ਚ ਹੋ ਗਏ ਤੇ ਜਿਹੜਾ ਅਧੇੜ ਉਮਰ ਵਾਲਾ ਜਿਹੜਾ ਤਬਕਾ ਉਹ ਬਾਬਿਆਂ ਦੀ ਗ੍ਰਿਫਤ 'ਚ ਆ। ਉਹ ਬਿਲਕੁਲ ਜੀ ਠੀਕ ਹੈ। ਡੇਰਿਆਂ ਦੀ ਬਿਲਕੁਲ। ਬਾਬਿਆਂ ਦੀ। ਤੇ ਇਹ ਸਾਰੀ ਜਿਹੜੀ ਸਾਡੀ ਜਿਹੜੇ ਮਾੜੇ ਮੋਟੇ ਰਹਿ ਗਏ ਬਚੇ ਖੁਚੇ ਉਹ ਹੈਗੇ ਪੋਲੀਟੀਕਲ ਪਾਰਟੀਆਂ ਦੀ ਗ੍ਰਿਫਤ 'ਚ। ਬਿਲਕੁਲ। ਤੇ ਜਿਹੜੇ ਮੇਰੇ ਵਰਗੇ ਹੈਗੇ ਆ ਉਹ ਹਜੇ ਕਿਸੇ ਦੀ ਗ੍ਰਿਫਤ 'ਚ ਹੈ ਨਹੀਂ ਤੇ ਉਹਨਾਂ ਦੀ ਗਿਣਤੀ ਬਹੁਤ ਘੱਟ ਆ। ਬਹੁਤ ਘੱਟ ਆ। ਠੀਕ ਹੈ। ਤੇ ਉਹਨਾਂ ਦੀ ਗੱਲ ਸੁਣੀ ਵੀ ਨਹੀਂ ਜਾਂਦੀ ਜ਼ਿਆਦਾ। ਠੀਕ ਹੈ। ਤਾਂ ਮੇਰਾ ਮੰਨਣਾ ਹੈ ਵੀ ਇਹ ਸਾਰੀ ਚੀਜ਼ ਨੂੰ ਬੜੀ ਡੂੰਘਾਈ ਨਾਲ ਸਮਝਣਾ ਚਾਹੀਦਾ। ਪੰਜਾਬ ਦੇ ਉੱਤੇ ਚੌਂ ਤਰਫਾ ਹਮਲਾ ਹੈਗਾ। ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਨੂੰ ਖੁੰਡਾ ਕੀਤਾ ਜਾ ਰਿਹਾ। ਉਹਦੀ ਸੋਚ ਨੂੰ ਖਤਮ ਕੀਤਾ ਜਾ ਰਿਹਾ ਤੇ ਇਹਦੇ ਪਿੱਛੇ ਜਿਹੜੇ ਬਿਲਕੁਲ ਸੋਚੇ ਸਮਝੇ ਕਾਰਨ ਹੈਗੇ ਆ। ਠੀਕ ਹੈ। ਤਾਂ ਉਹਨਾਂ ਕਾਰਨਾਂ ਦੀ ਜੇ ਡਿਟੇਲ 'ਚ ਜਾਵਾਂਗੇ ਤਾਂ ਹੋਰ ਗੱਲਾਂ ਖੁੱਲਣਗੀਆਂ। ਹਾਂ। ਪਰ ਮੁੱਦਾ ਇਹ ਆ ਵੀ ਜੇ ਨੌਜਵਾਨ ਸਤਰਕ ਹੋਣ ਬਿਲਕੁਲ ਜਾਗਰੂਕ ਹੋਣ। ਪੰਜਾਬ ਦਾ ਨੌਜਵਾਨ ਅਖਬਾਰ ਨਹੀਂ ਪੜ੍ਹਦਾ। ਬਿਲਕੁਲ ਜੀ ਪੰਜਾਬ ਦਾ ਨੌਜਵਾਨ ਖਬਰਾਂ ਨਹੀਂ ਸੁਣਦਾ। ਠੀਕ ਹੈ। ਮੈਂ ਆਪਦੀ ਗੱਲ ਕਰਾਂ, ਮੈਂ ਦੂਜੀ ਜਮਾਤ ਤੋਂ ਅਖਬਾਰ ਪੜ੍ਹਦਾ ਜੀ। ਠੀਕ ਹੈ। ਤੇ ਮੈਂ ਜਦੋਂ ਪੜ੍ਹਦਾ ਹੁੰਦਾ ਸੀ ਆਪਣੀਆਂ ਸਕੂਲ ਦੇ ਵਿੱਚ ਤੇ ਮੈਂ ਆਪਣੀ ਤੋਂ 2-3 ਕਲਾਸਾਂ ਅੱਗੇ ਵਾਲੀਆਂ ਕਿਤਾਬਾਂ ਵੀ ਪੜ੍ਹ ਲੈਂਦਾ ਸੀ। ਠੀਕ ਹੈ। ਤਾਂ ਮੈਂ ਫਿਰ ਜਿਹੜਾ ਹੈਗਾ ਆਰਟੀਕਲਸ ਵਗੈਰਾ ਪੜ੍ਹਦਾ ਰਿਹਾ ਅਖਬਾਰਾਂ ਦੇ ਵਿੱਚ। ਕਿਤਾਬਾਂ ਪੜ੍ਹਨੀਆਂ ਯਾਰ ਪੜ੍ਹੋਗੇ ਨਹੀਂ ਤਾਂ ਕੀ ਪਤਾ ਲੱਗੇਗਾ ਤੁਹਾਨੂੰ। ਠੀਕ ਹੈ। ਹੁਣ ਤੁਹਾਡੇ ਹੱਥ 'ਚ ਹੋਣੀ ਤਾਂ ਚਾਹੀਦੀ ਹੈ ਕਿਤਾਬ। ਤੁਹਾਡੇ ਹੱਥ 'ਚ ਹੋਣਾ ਚਾਹੀਦਾ ਅਖਬਾਰ ਤਾਂ ਕਿ ਤੁਹਾਨੂੰ ਦੇਸ਼ ਦੁਨੀਆ 'ਚ ਹੋ ਕੀ ਰਿਹਾ ਉਹਦਾ ਪਤਾ ਲੱਗੇ। ਤੇ ਤੁਹਾਡੇ ਹੱਥ 'ਚ ਹੈਗੀ ਟਿਕਟੌਕ। ਠੀਕ ਹੈ। ਜਿੱਥੇ ਪਿਓ ਆਪਦੀ ਧੀ ਨਾਲ ਹੀ ਹੋਰ ਹੀ ਕਰਤੂਤਾਂ ਕਰੀ ਜਾਂਦਾ। ਠੀਕ ਹੈ। ਤਾਂ ਇਹੋ ਜਿਹਾ ਜਿਹੜਾ ਇੱਕ ਮਿੱਠਾ ਮੋਹਰਾ ਹੈ ਸੋਸ਼ਲ ਮੀਡੀਆ ਵਾਲਾ ਮਿੱਠਾ ਮੋਹਰਾ ਜਿਹਦੇ ਵਿੱਚ ਪੈਸੇ ਦਾ ਤੜਕਾ ਲਾਇਆ ਉਹਨਾਂ ਨੇ। ਬਿਲਕੁਲ ਜੀ ਵੀ ਤੁਹਾਡੇ ਇੰਨੇ ਵਿਊ ਹੋ ਗਏ ਤਾਂ ਇੰਨੇ ਪੈਸੇ ਬਣਨਗੇ ਟਿਕਟੌਕ ਤੇ। ਤੇ ਉਹਦੇ ਪੈਸਿਆਂ ਦੇ ਚੱਕਰ ਦੇ ਵਿੱਚ ਵੇਸਵਾ ਗਮਣੀ ਵਾਲੇ ਹਾਲਾਤ ਬਣੇ ਪਏ ਆ ਟਿਕਟੌਕ ਤੇ। ਬਿਲਕੁਲ। ਠੀਕ ਹੈ। ਤਾਂ ਇਹ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਜਿਹੜੀ ਸਾਡੀ ਨੌਜਵਾਨੀ ਹੈ ਉਹ ਅੱਗੇ ਜਾ ਕੇ ਪੰਜਾਬ ਦੇ ਹਕੂਕਾਂ ਲਈ ਲੜ ਸਕੇਗੀ। ਜੀ ਜੀ। ਉਹਨੂੰ ਜਾਗਰੂਕ ਕਰਨ ਦੀ ਲੋੜ ਹੈ ਜ਼ਰੂਰਤ ਹੈ। ਅੱਛਾ MSP ਦੀ ਗੱਲ ਹੋ ਗਈ ਜਿੱਦਾਂ ਇਹਦੇ ਤੇ ਵੀ ਆਪਾਂ ਗੱਲ ਕੀਤੀ ਹੈ ਕਿ ਨੌਜਵਾਨੀ ਨਹੀਂ ਬੋਲੀ ਜੀ। ਜੇਕਰ ਆਪਾਂ ਫਿਊਚਰ ਦੀ ਕਿਸਾਨੀ ਦੀ ਗੱਲ ਕਰਦੇ ਹਾਂ ਤਾਂ ਇਹ ਤਾਂ ਹੈ ਨਹੀਂ ਕਿ ਬਾਪੂਆਂ ਨੇ ਸਾਰੀ ਉਮਰ ਖੇਤੀ ਕਰੀ ਜਾਣੀ ਆ। ਅਗਲੀ ਪੀੜ੍ਹੀ ਨੂੰ ਆਉਣਾ ਪੈਣਾ ਆ। ਤਾਂ ਫਿਰ ਆਉਣ ਵਾਲੀ ਕਿਸਾਨੀ ਆਉਣ ਵਾਲੀ ਖੇਤੀਬਾੜੀ ਹੈ ਜਿਹੜੀ ਉਹਨੂੰ ਕਿਵੇਂ ਦੇਖਦੇ ਹੋ? ਜਿਹੜੀ ਆਉਣ ਵਾਲੀ ਖੇਤੀਬਾੜੀ ਆ ਇਹ ਜਿਹੜੇ 3 ਆਰਡੀਨੈਂਸ ਲੈ ਕੇ ਆਏ ਆ ਉਹਨਾਂ ਵਿੱਚੋਂ ਇੱਕ ਆਰਡੀਨੈਂਸ ਇਹ ਵੀ ਆ ਜਿਹੜਾ ਪਿਛਲੇ ਸਾਲ ਹੀ ਇਹਨਾਂ ਨੇ ਐਲਾਨ ਵੀ ਕਰਤਾ ਸੀ 1.5-2 ਸਾਲ ਪਹਿਲਾਂ ਵੀ ਠੇਕੇ ਤੇ ਖੇਤੀ ਕਰਿਆ ਕਰਾਂਗੇ। ਅੱਛਾ ਜੀ। ਠੀਕ ਹੈ। ਤਾਂ ਕਿਸਾਨ ਜਿਹੜੇ ਹੈਗੇ ਆ ਕੰਟਰੈਕਟ ਤੇ ਖੇਤੀ ਕਰਨਗੇ ਕੰਪਨੀਆਂ ਦੇ ਨਾਲ। ਬਿਲਕੁਲ। ਠੀਕ ਹੈ। ਤਾਂ ਇਹ ਜਿਹੜੇ ਹੈਗੇ ਆ ਕੰਟਰੈਕਟ ਫਾਰਮਿੰਗ ਦਾ ਆੜ ਲੈ ਕੇ ਵੱਡੇ ਫਾਰਮ ਬਣਾਉਣਗੇ ਜੀ। ਕੰਟਰੈਕਟ ਫਾਰਮਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਸਰਕਾਰ ਜ਼ਮੀਨ ਲੈ ਕੇ ਪੂਲ ਕਰਕੇ ਲੈਂਡ ਪੂਲਿੰਗ ਕਰਕੇ ਵੱਡੀਆਂ ਕੰਪਨੀਆਂ ਨੂੰ ਦੇਊਗੀ। ਹੁਣ ਵੱਡੀਆਂ ਕੰਪਨੀਆਂ ਮਤਲਬ ਹੁਣ 20 ਕਿੱਲਿਆਂ ਤੇ ਤਾਂ ਆਉਂਦੀਆਂ ਨਹੀਂ ਜੀ। ਉਹਨੂੰ ਤਾਂ 4000 ਕਿੱਲਾ ਚਾਹੀਦਾ 10,000 ਕਿੱਲਾ ਚਾਹੀਦਾ। ਠੀਕ ਹੈ। ਹੁਣ ਜੇ ਅੰਬਾਨੀ ਦੀ ਰਿਲਾਇੰਸ ਜਾਂ ਅਡਾਨੀ ਦੀ ਕੋਈ ਕੰਪਨੀ ਕੰਟਰੈਕਟ ਫਾਰਮਿੰਗ ਦੇ ਵਿੱਚ ਆਉਂਦੀ ਹੈ ਤਾਂ ਉਹ ਲੈਂਡ ਪੂਲ ਜਿਹੜੀ ਕੀਤੀ ਜਾਊਗੀ ਉਹਦੇ ਲਈ ਉਹ 8-10 ਹਜ਼ਾਰ ਏਕੜ ਤਾਂ ਹੋਊਗਾ। ਜੀ। ਠੀਕ ਹੈ। ਉਸ
ਲੈਂਡ ਪੂਲਿੰਗ ਦੇ ਵਿੱਚ ਸ਼ੁਰੂ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਹੈਗਾ ਠੇਕਾ ਬਹੁਤ ਜ਼ਿਆਦਾ ਦਿੱਤਾ ਜਾਊਗਾ, ਗੋਲੀ ਪਾਈ ਜਾਣੀ ਆ ਪਹਿਲੇ ਹਾਂ। ਪਹਿਲ। ਤਾਂ ਜਦੋਂ ਠੇਕਾ ਦੇ ਕੇ ਕਿਸਾਨ ਹੋ ਗਏ ਨਿਕੰਮੇ ਨਠੱਲੇ, ਤੇ ਉਦੋਂ ਬਾਅਦ ਉਹ ਜ਼ਮੀਨ ਕਿਸਾਨ ਹੱਥ ਬੰਨ੍ਹ ਕੇ ਉਹਨਾਂ ਨੂੰ ਦੇ ਦੇਣ ਦੇ ਦੇਣ, ਵੀ ਇਹ ਲੈ ਲਓ, ਤੁਸੀਂ ਲੈ ਲਓ। ਉਹੋ ਜਿਹੇ ਹਾਲਾਤ ਬਣਾਏ ਜਾਣਗੇ। ਜੀ ਇਹ ਇਸ ਤਰ੍ਹਾਂ ਦੀ ਖੇਤੀ ਹੈ। ਅਮਰੀਕਾ ਵਾਲਾ ਮਾਡਲ ਹੈ, ਕਾਪੀ ਪੇਸਟ ਕਾਨੂੰਨ ਹੈ ਸਾਰੇ, ਉੱਥੋਂ ਕਾਪੀ ਕੀਤੇ ਇੱਥੇ ਪੇਸਟ ਕੀਤੇ ਆ। ਗੱਲ ਦਬੜੀ ਖਾਨਾ ਸਾਹਿਬ ਹੋਈ ਆ ਕਿ ਪਹਿਲਾਂ ਅਡਿਕਟਡ ਕਰ ਦੇਣਾ ਹੈ ਸਾਨੂੰ, ਹਨਾ। ਪਹਿਲਾਂ ਕਿ ਜਿੱਦਾਂ ਉਹ ਨਹੀਂ ਹੁੰਦਾ ਨਸ਼ੇ ਦੀ, ਕਿ ਜੇਕਰ ਕਿਸੇ ਕੋਲੇ ਜਾਂਦੇ ਹੋ ਨਾ, ਸੁਣਨ ਦੇ ਵਿੱਚ ਆਉਂਦਾ ਕਿ ਉਹ ਪਹਿਲਾਂ ਫ੍ਰੀ ਦੇ ਵਿੱਚ ਦਿੰਦਾ ਆ, ਉਸ ਤੋਂ ਬਾਅਦ ਉਹਨੂੰ ਫਿਰ ਹੱਥ ਜੋੜ ਕੇ ਪੈਸੇ ਦੇ ਕੇ ਫਿਰ ਜਿਹੜਾ ਆ ਉਹ ਨਸ਼ਾ ਖਰੀਦਣਾ ਪੈਂਦਾ ਆ। ਨਹੀਂ, ਹੁਣ ਤੁਸੀਂ ਇਹ ਦੇਖੋ ਵੀ ਜਿਹੜੀ ਮੈਂ ਗੱਲ ਕਹਿ ਰਿਹਾ, ਇਹਦਾ ਇੱਕ ਉਦਾਹਰਨ ਸਾਡੇ ਵਿੱਚ ਹੀ ਆ। ਬਿਲਕੁਲ। ਜਿਵੇਂ ਅੱਜ ਜਿਹੜਾ ਸਾਡਾ ਨੌਜਵਾਨ ਆ, ਉਹ ਪ੍ਰਾਈਵੇਟ ਐਜੂਕੇਸ਼ਨ ਵਾਧੂ ਹੋਈ ਪਈ ਆ। ਬਿਲਕੁਲ ਜੀ। ਠੀਕ ਹੈ, 7 ਵਜੇ ਬੱਚੇ ਨੂੰ ਵੈਨ 'ਚ ਬਿਠਾ ਦਿੱਤਾ ਜਾਂਦਾ ਜੀ। 5 ਵਜੇ ਬੱਚਾ ਘਰੇ ਆਉਂਦਾ ਜੀ। 4 ਜਾਂ 5 ਵਜੇ ਬਿਲਕੁਲ ਸ਼ਾਮ ਜੀ। ਨੂੰ, ਤੇ ਉਹਨੂੰ ਫਿਰ ਰੋਟੀ ਖਾਣ ਤੋਂ ਵੀ ਪਹਿਲਾਂ ਟਿਊਸ਼ਨ ਤੇ ਭੇਜ ਦਿੰਦੇ ਆ। ਜੀ। ਚੱਲ ਵੀ ਟਿਊਸ਼ਨ ਤੇ ਜਾ, ਖੇਤ ਜਾਣ ਦਾ ਉਹਦੇ ਕੋਲੇ ਟਾਈਮ ਹੀ ਨਹੀਂ। ਜੀ। ਠੀਕ ਹੈ, ਤਾਂ ਕਿਸਾਨਾਂ ਦੇ ਬੱਚੇ ਖੇਤ ਨਹੀਂ ਜਾ ਪਾ ਰਹੇ। ਜੀ। ਤਾਂ ਸਾਡੀ ਜਿਹੜੀ ਪੀੜ੍ਹੀ ਆ, ਜਦੋਂ ਉਹ ਮਤਲਬ 20 ਕੁ ਸਾਲਾਂ ਦਾ ਹੁੰਦਾ, ਉਦੋਂ ਤੱਕ ਉਹ ਖੇਤ ਹੀ ਨਹੀਂ ਗਿਆ। ਤੇ ਜੇ ਉਦੋਂ ਬਾਅਦ ਉਹਨੂੰ ਖੇਤ ਜਾਣਾ ਪਵੇ ਤੇ ਉਹਨੇ ਕੀ ਲੱਲਰ ਲਾਉਣੇ ਆ ਜੀ। ਖੇਤ ਜਾ ਕੇ। ਜੀ। ਠੀਕ ਹੈ, ਤਾਂ ਇੱਕ ਤਾਂ ਇਹ ਚੀਜ਼ ਆ, ਇਹ ਤਾਂ ਸਾਡੇ ਨਾਲ ਹੋ ਰਿਹਾ ਵੀ ਸਾਡੇ ਜਿਹੜੇ ਨੌਜਵਾਨ, ਉਹਨਾਂ ਕੋਲੇ ਖੇਤੀ ਦੀ ਸਕਿੱਲ ਨਹੀਂ ਰਹਿ ਪਾ ਰਹੀ। ਬਿਲਕੁਲ ਜੀ। ਉਹ ਖੋ ਰਹੇ ਆ ਜੀ। ਖੇਤੀ ਦੀ ਸਕਿੱਲ ਉਹਨਾਂ ਦੀ ਜਾ ਰਹੀ ਆ। ਠੀਕ ਹੈ, ਨੌਕਰੀ ਉਹਨਾਂ ਨੂੰ ਮਿਲਦੀ ਨਹੀਂ, ਖੇਤੀ ਉਹਨਾਂ ਨੂੰ ਆਉਣੀ ਨਹੀਂ, ਤੇ ਜ਼ਮੀਨ ਤਾਂ ਫਿਰ ਵੇਚਣੀ ਪਊਗੀ ਵੇਚਣੀ ਪਊ ਜਾਂ ਠੇਕੇ ਤੇ ਦੇਣਗੇ। ਠੇਕੇ ਦੇਣ ਵਾਲੀ ਨੌਜਵਾਨ ਪੀੜ੍ਹੀ ਰਹਿਣੀ ਕਿੱਥੇ ਆ? ਹਾਂ, ਤੇ ਹੁਣ ਉਸੇ ਤਰ੍ਹਾਂ ਹੀ ਜੇ ਕੰਟਰੈਕਟ ਫਾਰਮਿੰਗ ਦੇ ਵਿੱਚ ਲੈਂਡ ਪੂਲ ਕਰਕੇ ਸਰਕਾਰ ਕੰਪਨੀਆਂ ਨੂੰ ਦਿੰਦੀ ਹੈ, ਤਾਂ ਕਿਸਾਨ ਜਿਹੜੇ ਹੈਗੇ ਆ 5 7 10 ਸਾਲ ਜਿਹੜੇ ਹੈਗੇ ਆ ਦਿੰਦੇ ਤੇ ਨਠੱਲੇ ਹੋ ਜਾਣੇ ਆ। ਠੀਕ ਹੈ, ਠੇਕੇ ਤੇ ਜ਼ਮੀਨ ਦਿੱਤੀ, ਪੈਸੇ ਆਈ ਜਾਂਦੇ ਆ, ਨਿਕੰਮੇ ਨਠੱਲੇ ਤੇ ਫਜ਼ੂਲ ਖਰਚ ਹੋ ਜਾਣੇ ਆ, ਜਿਵੇਂ ਜ਼ਮੀਨ ਵੇਚਣ ਤੋਂ ਬਾਅਦ ਹੋਣੇ ਸ਼ੁਰੂ ਹੋਏ ਸੀ। ਠੀਕ ਹੈ, ਤਾਂ ਉਹਨਾਂ ਦੀਆਂ ਜ਼ਮੀਨਾਂ ਵੀ ਵਿਕ ਗਈਆਂ, ਤੇ ਜਿਹੜੇ ਪੈਸੇ ਆਏ ਸੀ ਉਹ ਵੀ ਨਹੀਂ ਰਹੇ ਕੋਲੇ। ਠੀਕ ਹੈ, ਤਾਂ ਉਹ ਜਿਹੜੇ ਕਿਸਾਨ ਜਦੋਂ ਨਿਕੰਮੇ ਨਠੱਲੇ ਤੇ ਫਜ਼ੂਲ ਖਰਚ ਹੋ ਜਾਣਗੇ, ਤੇ ਉਸ ਤੋਂ ਬਾਅਦ ਉਹ ਜ਼ਮੀਨ ਤੇ ਖੇਤੀ ਕਰ ਪਾਉਣਗੇ। ਠੀਕ ਹੈ, ਤੇ ਜਦੋਂ ਲੈਂਡ ਪੂਲ ਕਰਨਗੇ ਤਾਂ ਉਹਦੀਆਂ ਸ਼ਰਤਾਂ ਵੀ ਤਾਂ ਕੁਝ ਹੋਣਗੀਆਂ, ਕੁੰਡੀਆਂ ਵਾਲੀਆਂ। ਹਾਂ, ਆਮ ਕੁੰਡੀ ਜਿਹੜੀ ਲੱਗਿਆ ਹੁੰਦਾ, ਆਮ ਕੁੰਡੀਆਂ ਤਾਂ ਆਮ ਬੰਦੇ ਦੀ ਸਮਝ ਹੀ ਨਹੀਂ ਆਉਂਦੀਆਂ। ਉਹ ਤਾਂ ਜਦੋਂ ਸਮਝ ਆਉਣੀਆਂ ਉਦੋਂ ਨੂੰ ਗੇਮ ਹੀ ਹੱਥੋਂ ਨਿਕਲ ਜੂ। ਠੀਕ ਹੈ, ਹੁਣ ਇਸੇ ਮੁੱਦੇ ਤੇ ਸਰਦਾਰਾ ਸਿੰਘ ਜੌਹਲ ਦਾ ਬਿਆਨ ਆ। ਉਹ ਬਿਊਰੋਕਰੇਟ ਰਹੇ ਆ ਜੀ, ਇਕਨੋਮਿਕਸ ਵਾਲੇ ਬੰਦੇ ਆ। ਉਹ ਕਹਿੰਦੇ ਵੀ ਇਹਦਾ ਕਿਸਾਨਾਂ ਨੂੰ ਕੋਈ ਖਤਰਾ ਨਹੀਂ। ਠੀਕ ਹੈ, ਕਿਸਾਨਾਂ ਦੇ ਪੱਖ ਦੀ ਗੱਲ ਆ। ਠੀਕ ਹੈ ਬਈ, ਇਹਦੇ ਵਾਸਤੇ ਮੈਂ ਇਹ ਸੋਚਦਾ ਇਸ ਨਜ਼ਰੀਏ ਤੋਂ ਵੀ 2 ਸਾਲ ਲਗਾਤਾਰ ਜਿਹੜਾ ਹੈਗਾ ਸਰਕਾਰੀ ਕੰਪਨੀਆਂ ਪ੍ਰਾਈਵੇਟ ਕੰਪਨੀਆਂ ਨਾਲ ਕੰਪੀਟ ਕਰਨਗੇ ਜੀ ਇਸ ਸਿਨੈਰੀਓ ਦੇ ਵਿੱਚ। ਬਿਲਕੁਲ। ਉਸ ਤੋਂ ਬਾਅਦ ਹੌਲੀ ਹੌਲੀ ਸਰਕਾਰੀ ਕੰਪਨੀਆਂ ਪਿੱਛੇ ਹਟਣਗੇ ਜੀ। ਇੱਕੇ ਦਮ ਇਹ ਪ੍ਰਾਈਵੇਟ ਨੂੰ ਨਹੀਂ ਦੇਣਗੇ, ਨਹੀਂ ਦੇ ਸਕਦੇ, ਨਹੀਂ ਦੇਣਗੇ ਹੀ ਨਹੀਂ ਜੀ। ਕਿਉਂਕਿ ਜੇ ਇੱਕੇ ਦਮ ਦੇਣਗੇ ਤਾਂ ਇੱਕੇ ਦਮ ਹੀ ਗੁਬਾਰ ਬਿਲਕੁਲ ਫਟ ਜੂਗਾ। ਠੀਕ ਹੈ, ਤਾਂ ਇਹ ਕੀ ਕਰਨਗੇ, 2 ਸਾਲਾਂ ਤੱਕ ਲਗਾਤਾਰ ਸਰਕਾਰੀ ਤੇ ਪ੍ਰਾਈਵੇਟ ਖਰੀਦ ਚਲਾਉਣਗੇ, ਬਰਾਬਰ ਕੰਪੀਟ ਕਰੂਗੀ। ਤਾਂ ਉੱਥੇ ਹੋ ਸਕਦਾ 2 ਸਾਲ ਰੇਟ ਵੱਧ ਮਿਲਣ ਕਿਸਾਨਾਂ ਨੂੰ ਜੀ। ਠੀਕ ਹੈ, ਉਸ ਤੋਂ ਬਾਅਦ ਜੀ ਸਰਕਾਰੀ ਕੰਪਨੀਆਂ ਬੈਕ ਆਊਟ ਕਰਨਗੀਆਂ, ਤੇ ਜਿਵੇਂ ਹੀ ਸਾਰੇ ਫੀਲਡ ਦੇ ਉੱਤੇ ਪ੍ਰਾਈਵੇਟ ਕੰਪਨੀਆਂ ਦਾ ਕਬਜ਼ਾ ਹੋ ਗਿਆ, ਤੇ ਫਿਰ ਰੇਟ ਵੀ ਉਹਨਾਂ ਦੇ ਹੋਣਗੇ। ਠੀਕ ਹੈ, ਤੇ ਜਿਹੜੇ ਬਿਊਰੋਕਰੇਟਸ ਹੁੰਦੇ ਆ, ਉਹ ਚਾਹੇ ਰਿਟਾਇਰ ਵੀ ਹੋ ਜਾਣ, ਪਰ ਉਹ ਹੁੰਦੇ ਸਰਕਾਰੀ ਹੈ। ਠੀਕ ਹੈ ਨਾ, ਤਾਂ ਮੈਨੂੰ ਇਹ ਖਤਰਾ ਜਾਪ ਰਿਹਾ। ਤੇ ਪੰਜਾਬ ਦੀ ਜਿਹੜੀ ਪੋਲੀਟੀਕਲ ਜਿਹੜੀ ਸਮਝ ਹੈ, ਜਾਂ ਪੋਲੀਟੀਕਲ ਪੰਜਾਬ ਦਾ ਸਿਨੈਰੀਓ ਹੈ, ਉਹਦੇ ਵਿੱਚ ਇਹ ਵੀ ਹੋ ਸਕਦਾ ਕਿ ਪੰਜਾਬ ਦੇ ਵਿੱਚ ਡਰ ਦੇ ਮਾਰੇ ਪੰਗਾ ਹੀ ਨਾ ਲੈਣਾ MSP ਖਤਮ ਕਰਨ ਦਾ। ਠੀਕ ਹੈ, ਪਰ ਜਦੋਂ ਉਹਨਾਂ ਨੂੰ ਇਹ ਧਿਆਨ ਚ ਆਏਗਾ ਵੀ ਇੱਥੇ ਤਾਂ ਕੋਈ ਰੈਜ਼ਿਸਟੈਂਸ ਹੀ ਨਹੀਂ ਹੈਗੀ, ਤਾਂ ਉਹ ਕਰ ਵੀ ਦੇਣਗੇ। ਠੀਕ ਹੈ, MSP ਖਤਮ ਕਰਨ ਦੇ ਆਰਡੀਨੈਂਸ ਆ ਗਏ। ਠੀਕ ਹੈ, ਆਰਡੀਨੈਂਸ ਆਉਣ ਤੋਂ ਬਾਅਦ ਹੋਣਾ ਕੀ ਚਾਹੀਦਾ ਸੀ ਵੀ ਜਿਹੜੀਆਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ, ਉਹਨਾਂ ਨੂੰ ਸਿੱਧੀ ਕਾਲ ਦੇਣੀ ਚਾਹੀਦੀ ਸੀ ਵੀ ਅਸੀਂ ਇਹਦੇ ਖਿਲਾਫ ਇੰਨੀ ਤਰੀਕ ਤੋਂ ਆਹ ਸੰਘਰਸ਼ ਸ਼ੁਰੂ ਕਰ ਰਹੇ ਹਾਂ। ਉਹ ਕੀ ਕਰ ਰਹੇ ਆ, ਅਸੀਂ ਇਹਦੀ ਨਿੰਦਾ ਕਰਦੇ ਹਾਂ ਜੀ, ਵੀ ਜਿਹੜਾ ਸਰਕਾਰ ਨੇ ਆਰਡੀਨੈਂਸ ਲਿਆਂਦਾ, ਹਾਂ, ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਠੀਕ ਹੈ, ਇੱਕ ਯੂਨੀਅਨ ਨੇ ਸ਼ਾਇਦ ਇਹ ਵੀ ਕਿਹਾ ਵੀ ਅਸੀਂ ਸੰਘਰਸ਼ ਵਿੱਢਾਂਗੇ।
ਬਈ 17 ਯੂਨੀਅਨਾਂ ਦੀ ਕੀ ਲੋੜ ਹੈ ਜੀ ਪੰਜਾਬ ਦੇ ਵਿੱਚ? ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ ਮਿਲਾ ਕੇ 17 ਦੇ ਆਸੇ-ਪਾਸੇ। ਤੇ ਜਦੋਂ ਸਾਰੀ ਕਿਸਾਨੀ ਦਾ MSP ਨਾਲ ਮਸਲਾ ਹੈਗਾ, ਜੁੜਾ ਹੈਗਾ ਜੀ, ਤੇ ਯਾਰ 17 ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕ ਕਾਲ ਨਹੀਂ ਦੇ ਸਕਦੀਆਂ? ਠੀਕ ਹੈ ਜੀ ਵੀ ਪਿੰਡਾਂ 'ਚ ਉਤਰ ਜਾਂਦੀਆਂ, ਹੁਣ ਤੱਕ ਜੀ ਪਿੰਡਾਂ 'ਚ ਆਉਂਦੀਆਂ, ਲੋਕਾਂ ਨੂੰ ਜਾਗਰੂਕ ਕਰਦੀਆਂ ਵੀ ਭਾਈ ਆਹ ਹੋਣ ਵਾਲਾ ਤੇ ਆਪਾਂ ਨੂੰ ਇਹਦੇ ਨੂੰ ਰੋਕਣ ਲਈ ਐਂ ਕਰਨਾ ਚਾਹੀਦਾ। ਤੇ ਜੇ 12,500 ਪਿੰਡ ਆ ਪੰਜਾਬ ਦੇ, 12,600 ਕੁਛ, ਇੱਕ ਪਿੰਡ 'ਚੋਂ ਯਾਰ 5 ਬੰਦੇ ਨਹੀਂ ਕੱਢ ਸਕਦੀਆਂ। ਇੱਕ ਪਿੰਡ 'ਚੋਂ ਜੀ ਜੀ ਜੇ 5 ਬੰਦੇ ਕੱਢ ਲੈਣ ਤਾਂ 60,000 ਬੰਦਾ, ਜੀ 60,000 ਬੰਦਾ ਤੋਰ ਲਓ ਚੰਡੀਗੜ੍ਹ ਨੂੰ, ਜੀ ਵੇਖਦੇ ਆ ਕੌਣ ਰੋਕਦਾ। ਜੀ ਜੀ ਪਰ ਇਹ ਵੀ ਜਿਹੜੇ ਜਥੇਬੰਦੀਆਂ ਵਾਲੇ ਆ, ਇਹ ਵੀ ਬਹੁਤ ਹੱਦ ਤੱਕ ਸਰਕਾਰ ਨਾਲ ਮਿਲ ਕੇ ਪਰ ਚੱਲਦੇ। ਗੱਲ ਬਾਈ ਜੀ ਉੱਥੇ ਹੀ ਆ ਜਾਂਦੀ ਆ ਕਿ ਜੇਕਰ ਉਹ ਪਿੰਡਾਂ ਦੇ ਵਿੱਚ ਜਾਣਗੇ, ਪਿੰਡਾਂ ਦੇ ਲੋਕ ਜਾਗਰੂਕ ਹੋ ਜਾਣਗੇ, ਪਿੰਡਾਂ ਦੇ ਨੌਜਵਾਨ ਜਾਗਰੂਕ ਹੋਣਗੇ, ਫਿਰ ਉਹ ਸਰਕਾਰ ਦੇ ਖਿਲਾਫ ਜਿਹੜੀ ਆ ਆਵਾਜ਼ ਉਠਾਉਣਗੇ। ਗੱਲਬਾਤ ਉੱਥੇ ਹੀ ਆਉਂਦੀ, ਗੱਲ ਉੱਥੇ ਹੀ ਆਉਂਦੀ ਹੈ। ਬਿਲਕੁਲ। ਤੇ ਸਰਕਾਰ ਦੇ ਨਾਲ ਚੱਲਣਾ, ਜੀ ਇਹ ਮੈਨੂੰ ਲੱਗਦਾ ਖਾਸਾ ਹੋ ਗਿਆ ਜੀ। ਜਥੇਬੰਦੀਆਂ ਦਾ। ਬਿਲਕੁਲ, ਬਿਲਕੁਲ। ਠੀਕ ਹੈ, ਪਹਿਲਾਂ ਬੰਦਾ ਮਰਵਾ ਲੈਂਦੇ ਆ, ਫਿਰ ਮੁੜ ਕੇ ਧਰਨਾ ਲਾ ਲੈਂਦੇ ਆ, ਪੈਸੇ ਲੈ ਕੇ ਸਮਝੌਤਾ ਕਰ ਲੈਂਦੇ ਆ, ਕੁਛ ਉਹਨਾਂ ਨੂੰ ਦਵਾ ਦਿੰਦੇ, ਘਰ ਵਾਲਿਆਂ ਨੂੰ ਕੁਛ ਆਪ ਲੈ ਲੈਂਦੇ ਆ। ਇਹੋ ਜਿਹੀਆਂ ਚੀਜ਼ਾਂ ਧਿਆਨ 'ਚ ਆਉਂਦੀਆਂ। ਠੀਕ ਹੈ, ਪਰ ਮੁੱਦਾ ਇਹ ਹੈ ਵੀ ਜੇ ਅਸੀਂ ਇੱਕ ਪਿੰਡ 'ਚੋਂ 5 ਬੰਦੇ ਕਰ ਲਈਏ, 60,000 ਬੰਦੇ ਥੋੜੇ ਨਹੀਂ ਹੁੰਦੇ। ਬਿਲਕੁਲ ਜੀ ਬਿਲਕੁਲ। ਠੀਕ ਹੈ, 60,000 ਬੰਦਾ ਜੇ ਰਜਿਸਟ ਕਰਦਾ ਵੀ ਇਹ ਆਰਡੀਨੈਂਸ ਸਾਨੂੰ ਮਨਜ਼ੂਰ ਨਹੀਂ ਹੈਗਾ, ਤਾਂ ਪੰਜਾਬ ਸਰਕਾਰ ਦੀ ਔਕਾਤ ਨਹੀਂ ਹੈਗੀ। ਜੀ ਖੇਤੀ ਜਿਹੜੀ ਹੈਗੀ ਆ ਸਟੇਟ ਸਬਜੈਕਟ ਆ, ਬਿਲਕੁਲ। ਆਰਡੀਨੈਂਸ ਕੇਂਦਰ ਸਰਕਾਰ ਲਿਆਈ ਆ, ਸਬਜੈਕਟ ਸਟੇਟ ਦਾ। ਤੇ ਕੈਪਟਨ ਅਮਰਿੰਦਰ ਸਿੰਘ ਕੀ ਕਰਦਾ ਪਿਆ ਇੱਥੇ? ਬਿਲਕੁਲ। ਠੀਕ ਹੈ, ਪੰਜਾਬ ਸਰਕਾਰ ਕੀ ਕਰਦੀ ਪਈ ਆ? ਉਹਨੂੰ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਨੂੰ ਇਹਦੇ ਖਿਲਾਫ ਖੜੇ ਹੋਣਾ ਚਾਹੀਦਾ ਸੀ ਵੀ ਸਾਡੇ ਅਧਿਕਾਰ ਖੇਤਰ ਵਾਲੇ ਮਾਮਲੇ 'ਚ ਕੇਂਦਰ ਨੇ ਆਹ ਆਰਡੀਨੈਂਸ ਕਿਵੇਂ ਲਿਆਂਦਾ, ਸਾਨੂੰ ਪੁੱਛਿਆ ਵੀ ਨਹੀਂ। ਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਿਸਾਨਾਂ ਨਾਲ ਖੜਨ ਦੀ ਲੋੜ ਆ ਤੇ ਉਹਨੂੰ ਖੜਨਾ ਚਾਹੀਦਾ ਸੀ। ਪਰ ਪੰਜਾਬ ਸਰਕਾਰ ਤਾਂ ਉਹਨਾਂ ਨੂੰ ਸਾਈਲੋਜ਼ ਬਣਾਉਣ ਵਾਸਤੇ ਸਬਸਿਡੀਆਂ ਦੇ ਰਹੀ ਹੈ। ਤੇ ਬਸ ਇਸ ਮੁੱਦੇ ਤੇ ਸਿਰਫ ਜਿਹੜੇ ਆ ਬਿਆਨ ਹੁੰਦੇ ਹੀ ਨਜ਼ਰ ਆ ਰਹੇ ਆ। ਪੰਜਾਬ ਕਿਸਾਨ ਦੇ ਕਰ ਲਈ ਜਾਂ ਕਿਸੇ ਵੀ ਹੋਰ ਆਗੂਆਂ ਦੇ ਕਰ ਲਈ, ਅਕਾਲੀ ਦਲ ਦੀ ਗੱਲ ਕਰ ਲਈ, ਹਾਲ ਦੀ ਘੜੀ ਸਿਰਫ ਬਿਆਨ ਹੀ ਨਜ਼ਰ ਆ ਰਿਹਾ। ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੋ ਵੀ ਇੱਕ ਤਾਂ ਇਹ ਭਸੂੜੀ ਪਾਤੀ, ਉਧਰੋਂ ਯੂਪੀ 'ਚੋਂ ਪੰਜਾਬੀ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ। ਠੀਕ ਹੈ, ਉੱਥੇ ਵੀ ਕੋਈ ਰਜਿਸਟੈਂਸ ਨਹੀਂ ਹੈਗੀ, ਉੱਥੇ ਵੀ ਬਿਆਨ ਹੀ ਆ, ਅਸੀਂ ਯੋਗੀ ਨੂੰ ਮਿਲ ਰਹੇ ਹਾਂ, ਅਸੀਂ ਫਲਾਣੇ ਨੂੰ ਮਿਲ ਰਹੇ ਹਾਂ। ਵੀ ਇਹਦਾ ਮਤਲਬ ਕੀ ਹੋਇਆ? ਅਸੀਂ ਇਸ ਦੇਸ਼ ਦੇ ਬਸ਼ਿੰਦੇ ਹਾਂ। ਬਿਲਕੁਲ ਜੀ। ਠੀਕ ਹੈ, ਤੇ ਸਾਡਾ ਲੁਧਿਆਣਾ ਤਾਂ ਸਾਰਾ ਯੂਪੀ ਬਿਹਾਰ ਨਾਲ ਭਰਿਆ ਪਿਆ। ਜੀ ਬਿਲਕੁਲ। ਸਾਡੇ ਕੱਲੇ ਪਿੰਡ 'ਚ ਯੂਪੀ ਬਿਹਾਰ ਬੈਠਾ, ਤੇ ਸਾਡੇ ਜਿਹੜੇ ਕਿਸਾਨ ਉੱਥੇ, ਉਹਨਾਂ ਨੇ ਬੇਆਬਾਦ ਜ਼ਮੀਨਾਂ, ਜੰਗਲ ਸਾਫ਼ ਕਰਕੇ ਆਬਾਦ ਕੀਤੀਆਂ। ਤੇ ਉਹਨਾਂ ਨੂੰ ਜਦੋਂ ਉਹਨਾਂ ਨੇ ਸਾਰਾ ਕੁਝ ਕਰ ਲਿਆ, 50 ਸਾਲਾਂ ਬਾਅਦ ਕਹਿੰਦੇ ਜਾਓ। ਠੀਕ ਹੈ, ਬਿਲਕੁਲ ਜੀ। ਇਹ ਤਾਂ ਹੋ ਰਿਹਾ ਵੀ ਉਹਨਾਂ ਨੂੰ ਪਤਾ ਵੀ ਨੌਜਵਾਨ ਵੀ ਉਲਝੇ ਹੋਏ ਆ, ਸਭ ਕੁਝ ਸਾਡੇ ਹਿਸਾਬ ਨਾਲ ਚੱਲ ਰਹੇ ਆ, ਕੱਲਾ ਬੰਦਾ ਸਾਡੇ ਹਿਸਾਬ ਨਾਲ ਚੱਲ ਰਿਹਾ। ਤੇ ਹੁਣ ਜਦੋਂ ਸਾਰਾ ਕੁਝ ਉਹਨਾਂ ਦੇ ਹਿਸਾਬ ਨਾਲ ਚੱਲ ਹੀ ਰਿਹਾ ਤੇ ਉਹ ਚਲਾਉਣਗੇ ਬਈ। ਜੀ ਜੀ। ਅੱਛਾ, ਸਵਾਲੀਆ ਚਿੰਨ੍ਹ ਤੁਸੀਂ ਖੜੇ ਕੀਤੇ ਆ ਜਿਹੜਾ ਹੁਣ ਸਰਕਾਰਾਂ ਤੇ, ਆਪਣੇ ਆਰਟੀਕਲ ਦੇ ਵਿੱਚ ਜਿਹੜਾ ਤੁਸੀਂ ਯੂਨੀਵਰਸਿਟੀਆਂ ਤੇ ਵੀ ਸਵਾਲੀਆ ਚਿੰਨ੍ਹ ਖੜੇ ਕਰਦੇ ਰਹਿੰਦੇ ਹੋ, ਕੀ ਤਜਰਬਾ ਰੱਖਦੇ ਹੋ ਖੇਤੀਬਾੜੀ ਦੇ ਵਿੱਚ? ਮੇਰਾ ਜਿਹੜਾ ਹੈਗਾ, ਅਸਲ ਦੇ ਵਿੱਚ ਮੇਰੀ ਕਹਾਣੀ ਇਹ ਆ ਵੀ ਮੇਰੇ ਕੋਲੇ ਇੱਕ ਵੀ ਓਰਾ ਜ਼ਮੀਨ ਨਹੀਂ ਹੈਗੀ ਜੀ। ਨਾ ਮੈਂ ਖੇਤੀ ਹਰ ਪਰਿਵਾਰ ਨਾਲ ਸੰਬੰਧ ਰੱਖਦਾ ਜੀ। ਸਾਡੇ ਪਰਿਵਾਰ 'ਚ ਖੇਤੀ ਨਹੀਂ, ਮੇਰੀ ਖੇਤੀ ਦੀ ਪੜ੍ਹਾਈ ਨਹੀਂ ਜੀ। ਪਰ 15 ਕੁ ਸਾਲਾਂ ਦਾ ਮੇਰੇ ਕੋਲੇ ਆਰਗੈਨਿਕ ਫਾਰਮਿੰਗ ਵਾਲੀ ਫੀਲਡ ਦੇ ਵਿੱਚ ਮੇਰਾ ਰਹਿਣ ਦਾ ਤਜਰਬਾ। ਤਾਂ ਮੈਂ ਪਹਿਲਾਂ ਖੇਤੀ ਵਿਰਾਸਤ ਮਿਸ਼ਨ ਦੇ ਵਿੱਚ ਕੰਮ ਕਰਦਾ ਹੁੰਦਾ ਸੀ, ਤੇ ਉੱਥੋਂ ਕੰਮ ਕਰਦੇ ਹੋਏ ਮੈਨੂੰ ਦੇਸ਼ ਦੀ ਜਿਹੜੀ ਕਰੀਮ ਹੈਗੀ ਆ ਆਰਗੈਨਿਕ ਫਾਰਮਿੰਗ ਵਾਲੀ, ਜੀ, ਉਹਨਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਉਹਨਾਂ ਤੋਂ ਸਿੱਖਦੇ ਹੋਏ ਮੇਰੀ ਰੁਚੀ ਸੀ, ਇਸ ਕੰਮ 'ਚ ਜਾਗ ਪਈ ਮੇਰੀ ਰੁਚੀ। ਤਾਂ ਉਹਨਾਂ ਤੋਂ ਸਿੱਖਦੇ ਹੋਏ ਫਿਰ ਮੈਂ ਖੇਤਾਂ 'ਚ ਵੀ ਕਿਸਾਨਾਂ ਨਾਲ ਫੀਲਡ 'ਚ ਰਹਿੰਦਾ ਸੀ, ਤਾਂ ਉੱਥੋਂ ਵੀ ਸਿੱਖਣ ਦਾ ਮੌਕਾ ਮਿਲਦਾ ਸੀ। ਉਹ ਜਿਹੜਾ ਸਾਰਾ ਤਜਰਬਾ ਹੈਗਾ, ਉਸ ਤਜਰਬੇ ਦੇ ਕਰਕੇ ਅੱਜ ਮੈਨੂੰ ਜਿੱਥੇ ਵੀ ਪੰਜਾਬੀ ਬੈਠਾ ਦੁਨੀਆ ਭਰ ਦੇ ਵਿੱਚ, ਉਹ ਜਾਣਦੇ ਆ ਵੀ ਕੋਈ ਗੁਰਪ੍ਰੀਤ ਰਬੜੀ ਖਾਨਾ ਹੈਗਾ, ਉਹ ਪੰਜਾਬ ਦੀ ਬਾਤ ਪਾਉਂਦਾ। ਉਹ ਖੇਤੀ ਦੀਆਂ ਇਹੋ ਜਿਹੀਆਂ ਢੰਗ ਤਰੀਕੇ ਕਿਸਾਨਾਂ ਨੂੰ ਦੱਸਦਾ ਜਿਹਦੇ ਨਾਲ ਉਹਨਾਂ ਦੇ ਸਿੱਧੇ ਖਰਚੇ ਘਟਦੇ ਆ, ਪੈਸੇ ਬਚਦੇ ਆ, ਤੇ ਪੈਸਟੀਸਾਈਡ ਦਾ ਜਿਹੜਾ ਲੋਡ ਆ ਵਾਤਾਵਰਨ 'ਚ, ਹਵਾ, ਪਾਣੀ, ਮਿੱਟੀ 'ਚ, ਉਹ ਘਟਦਾ। ਹੁਣ ਮੇਰੇ ਨਾਲ ਮੈਂ ਜਿਹੜਾ ਹੁਣ ਕੰਮ ਕਰਦਾ ਪਿਆ, ਮੇਰੇ YouTube ਚੈਨਲ ਆ, ਉਹਦੇ 'ਤੇ 74,000 ਲੋਕ ਜੁੜੇ ਹੋਏ ਆ। ਮੇਰਾ ਮੰਨਣਾ ਵੀ ਉਹਦੇ 'ਚੋਂ 7400 ਬੰਦੇ ਮੇਰੀ ਗੱਲ ਸੁਣਦੇ ਆ ਜੀ, ਤੇ 724 ਮੇਰੀ ਬਣਦੇ ਆ। ਜੀ। ਠੀਕ ਹੈ, ਹੁਣ ਇਹ ਜਿਹੜੇ 724 ਆ, ਮੈਂ ਇਹਨਾਂ ਲੋਕਾਂ ਦੀ ਖਾਤਰ ਕੰਮ ਕਰਦਾ। ਬਿਲਕੁਲ।
ਇਹਨਾਂ 724 ਲੋਕਾਂ ਦੀ ਘੱਟੋ ਘੱਟ 4000 ਏਕੜ ਜ਼ਮੀਨ ਹੋਏਗੀ। ਜੇ ਐਵਰੇਜ 5-6 ਏਕੜ ਪਾਈਏ ਤਾਂ 4000 ਏਕੜ ਜ਼ਮੀਨ ਦੇ ਉੱਤੇ ਭਾਈ ਸਾਹਿਬ 10,000 ਰੁਪਇਆ ਪ੍ਰਤੀ ਏਕੜ ਸਾਲਾਨਾ ਖਰਚਾ ਮੇਰੀਆਂ ਜਿਹੜੀਆਂ ਗੱਲਾਂ ਤੇ ਅਮਲ ਕਰਕੇ ਉਹਨਾਂ ਦਾ ਘਟ ਰਿਹਾ ਤਾਂ ਮੈਂ 4 ਕਰੋੜ ਰੁਪਇਆ ਤਾਂ ਬਚਾ ਹੀ ਰਿਹਾ ਕਿਸਾਨਾਂ ਦਾ। ਠੀਕ ਹੈ, ਜੇ ਉਹਨਾਂ ਦੇ ਪੈਸੇ ਬਚਦੇ ਉਹਨਾਂ ਨੂੰ ਫਾਇਦਾ ਹੁੰਦਾ, ਇਸੇ ਕਰਕੇ ਉਹ ਮੇਰੇ ਨਾਲ ਜੁੜੇ ਹੋਏ ਆ, ਮੇਰੀ ਗੱਲ ਸੁਣਦੇ ਆ ਤੇ ਦੂਰ ਤੱਕ ਵੀ ਲੈ ਕੇ ਜਾਂਦੇ ਗੱਲ ਨੂੰ। ਤਾਂ ਇਹ ਮੇਰਾ ਆਪਣਾ ਇਸ ਤਰ੍ਹਾਂ ਦਾ ਤਜਰਬਾ ਹੈ। ਅੱਛਾ ਦਬੜੀ ਖਾਨਾ ਸਾਹਿਬ, ਜੇਕਰ ਤੁਸੀਂ ਕੈਮੀਕਲ ਖੇਤੀ ਦੀ ਗੱਲ ਕੀਤੀ ਆ, ਜੇਕਰ ਕੈਮੀਕਲ ਖੇਤੀ ਦੇ ਵਿੱਚੋਂ ਆਪਾਂ ਕਿਸਾਨਾਂ ਨੂੰ ਬਾਹਰ ਕੱਢਣਾ ਆ, ਹਨਾ, ਆਰਗੈਨਿਕ ਖੇਤੀ ਵੱਲ ਜੇ ਆਪਾਂ ਲਾਉਣਾ ਆ ਤਾਂ ਉਹਦੇ ਲਈ ਉਹ ਕਿਵੇਂ ਹੋ ਸਕਦਾ? ਕਹਿ ਦਿੰਦੇ ਸਾਡਾ ਝਾੜ ਘਟ ਗਿਆ ਜੀ, ਸਾਨੂੰ ਕਮਾਈ ਨਹੀਂ ਹੁੰਦੀ, ਜਾਂ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਠੇਕੇ ਬੜੇ ਚੜ੍ਹ ਗਏ ਆ 65,000 70,000 ਹਨਾ, ਤਾਂ ਕਹਿੰਦੇ ਅਸੀਂ ਕਿਵੇਂ ਕੱਢਾਂਗੇ? ਤਾਂ ਉਹ ਜਿਹੜਾ ਕਿਵੇਂ ਆ ਜਾਂ ਸਵਾਲੀਆ ਚਿੰਨ੍ਹ ਆ, ਫਿਰ ਉਹਨੂੰ ਕਿਵੇਂ ਹਟਾਵਾਂਗੇ? ਇਸ ਤਰ੍ਹਾਂ ਭਾਈ ਸਾਹਿਬ, ਪੰਜਾਬ ਦੀ ਜਿਹੜੀ ਜ਼ਮੀਨ ਆ ਇਹ ਬਹੁਤ ਹੀ ਕੌੜਾ ਤੱਥ ਆ ਜੀ। ਕਿਸੇ ਨੇ ਇਹਦੇ ਤੇ ਗੱਲ ਨਹੀਂ ਕੀਤੀ ਹੋਣੀ ਅੱਜ ਤੱਕ। ਪੰਜਾਬ ਦੀ ਜ਼ਮੀਨ ਇਸ ਵੇਲੇ ਜਿਹੜੇ ਉਹਦੇ ਹਾਲਾਤ ਆ ਆਰਗੈਨਿਕ ਮੈਟਰ ਪੱਖੋਂ ਕੈਮੀਕਲ ਖੇਤੀ ਦੇ ਵੀ ਲਾਇਕ ਨਹੀਂ ਹੈਗੀ ਜੀ। ਕਿਸਾਨ ਵੀਰੋ, ਜਦੋਂ ਤੁਸੀਂ ਸੋਇਲ ਟੈਸਟ ਕਰਾਉਣੇ ਆ ਤਾਂ ਸੋਇਲ ਟੈਸਟ ਦੇ ਵਿੱਚ ਇੱਕ ਪੁਆਇੰਟ ਹੁੰਦਾ ਜੈਵਿਕ ਮਾਦੇ ਵਾਲਾ, ਇੱਕ ਕਾਲਮ ਹੁੰਦਾ ਜੀ। ਉਹਦੇ ਵਿੱਚ ਜਿਹੜਾ ਚਾਹੀਦਾ ਉਹਦੇ ਤੇ ਲਿਖਿਆ ਹੁੰਦਾ 0.75 ਜੀ ਕੈਮੀਕਲ ਖੇਤੀ ਦੇ ਜੀ। ਠੀਕ ਹੈ, ਤੇ ਜਿਹੜਾ ਹੈਗਾ ਉਹ ਆਉਂਦਾ ਹੈਗਾ ਜੀ 0.2 ਜਾਂ 0.4 ਜੀ। ਮਤਲਬ ਰੁਪਈਏ ਦੇ ਵਿੱਚੋਂ 1 ਰੁਪਏ ਦੇ ਵਿੱਚੋਂ ਤੁਹਾਡੇ ਕੋਲੇ ਜਿਹੜਾ ਜੈਵਿਕ ਮਾਦੇ ਪੱਖੋਂ ਪੰਜਾਬ ਦੀਆਂ ਜ਼ਮੀਨਾਂ ਦਾ ਹਾਲ ਹੈ, ਰੁਪਈਏ ਦੇ ਵਿੱਚੋਂ 20 ਤੋਂ ਲੈ ਕੇ 45 ਪੈਸੇ ਆ ਜੀ। ਤੇ ਕੈਮੀਕਲ ਖੇਤੀ ਲਈ ਵੀ ਕਿੰਨਾ ਚਾਹੀਦਾ? 75 ਪੈਸੇ। ਤਾਂ ਤੁਹਾਡੀ ਜ਼ਮੀਨ ਦਾ ਕੈਮੀਕਲ ਖੇਤੀ ਦੇ ਵੀ ਲਾਇਕ ਨਹੀਂ ਹੈਗੀ। ਠੀਕ ਹੈ, ਸੋ ਇਹੋ ਜਿਹੀਆਂ ਜਿਹੜੀਆਂ ਜ਼ਮੀਨਾਂ ਜਿਹੜੀਆਂ ਕੈਮੀਕਲ ਖੇਤੀ ਦੇ ਲਾਇਕ ਵੀ ਨਹੀਂ ਹੈਗੀਆਂ, ਉੱਥੇ ਜਿਹੜੀ ਕੈਮੀਕਲ ਖੇਤੀ ਹੋ ਰਹੀ ਹੈ ਉਹਦੇ ਕਰਕੇ ਕਿਸਾਨਾਂ ਦੇ ਖਰਚੇ ਲਗਾਤਾਰ ਵੱਧ ਰਹੇ ਆ। ਕਿਉਂਕਿ ਜੇ ਜ਼ਮੀਨ 'ਚ ਦਮ ਨਹੀਂ ਹੋਏਗਾ ਤੇ ਤੁਹਾਨੂੰ ਕੁਝ ਨਾ ਕੁਝ ਬਾਲਤੂ ਲਿਆ ਕੇ ਪਾਉਣਾ ਪਏਗਾ। ਜਦੋਂ 1967 ਦੇ ਵਿੱਚ ਹਰੀ ਕ੍ਰਾਂਤੀ ਜ਼ੋਰ ਫੜਦੀ ਹੈ ਪੰਜਾਬ ਦੇ ਵਿੱਚ, ਤਾਂ ਮੋਟੇ ਤੌਰ ਤੇ 1 ਜਾਂ 2 ਪ੍ਰਕਾਰ ਦੀਆਂ ਖਾਦਾਂ ਹੁੰਦੀਆਂ ਸੀ। ਪਹਿਲਾਂ ਕਿਸਾਨ ਖਾਦ ਆਈ, ਉਹ ਬੰਦ ਹੋ ਗਈ, DAP ਤੇ ਯੂਰੀਆ ਆ ਗਈਆਂ। ਤਾਂ DAP ਤੇ ਯੂਰੀਆ ਆਉਂਦੀਆਂ ਸੀ, ਉਹ ਵੀ ਕਿਲੋਆਂ 'ਚ ਪੈਂਦੀਆਂ ਸੀ, 5 ਕਿਲੋ 10 ਕਿਲੋ ਪ੍ਰਤੀ ਏਕੜ। ਅੱਜ ਖਾਦਾਂ ਦੀ ਗਿਣਤੀ ਘੱਟੋ ਘੱਟ 12 ਤੋਂ 14 ਹੋ ਗਈ ਆ, ਜਿਹਦੇ ਵਿੱਚ 6 ਤਾਂ ਬੋਰੀਆਂ ਵਾਲੀਆਂ ਤੇ ਬਾਕੀ 8-9 ਜਿਹੜੀਆਂ ਹੈਗੀਆਂ ਲਿਫਾਫਿਆਂ ਵਾਲੀਆਂ। ਠੀਕ ਹੈ, ਆ ਤੱਤਾਂ ਦੀ ਘਾਟ, ਫਲਾਨਾ ਮੈਗਨੀਜ਼, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਜ਼ਿੰਕ, ਠੀਕ ਆ, ਲੋਹਾ, ਜੋ ਵੀ। ਤਾਂ ਇਹ ਸਾਰਾ ਕੁਝ ਸਾਨੂੰ ਲਗਾਤਾਰ ਆਪਣੀਆਂ ਜ਼ਮੀਨਾਂ 'ਚ ਬਾਹਰੋਂ ਲਿਆ ਕੇ ਪਾਉਣਾ ਪੈ ਰਿਹਾ, ਕਿਉਂਕਿ ਜ਼ਮੀਨਾਂ ਦੇ ਅੰਦਰ ਨਹੀਂ ਰਹਿ ਗਿਆ। ਇਹਨਾਂ ਨੂੰ ਮਿਨਰਲਸ ਕਹਿੰਦੇ ਆ, ਜਿਹੜੇ ਛੋਟੇ ਤੱਤ ਆ ਇਹਨਾਂ ਨੂੰ ਮਿਨਰਲਸ ਕਹਿੰਦੇ ਆ, ਮਾਈਕਰੋ ਨਿਊਟਰੀਐਂਟਸ। ਇਹਨਾਂ ਦਾ ਭੰਡਾਰ ਮਿੱਟੀ ਆ ਜੀ, ਜ਼ਮੀਨ ਆ ਜੀ, ਇਹਨਾਂ ਦਾ ਸੋਮਾ। ਤੇ ਸਾਡੀ ਟੌਪ ਸੋਇਲ ਦੇ ਵਿੱਚ ਇਹਨਾਂ ਦੀ ਘਾਟ ਆ। ਉਹ ਕਿਉਂ ਆਈ ਆ? ਹਰੀ ਕ੍ਰਾਂਤੀ ਵਾਲੀ ਜਿਹੜੀ ਮੋਨੋਕਲਚਰ ਵਾਲੀ ਖੇਤੀ ਹੈ, ਕਣਕ ਤੋਂ ਬਾਅਦ ਝੋਨਾ, ਝੋਨੇ ਤੋਂ ਬਾਅਦ ਕਣਕ, ਕਣਕ ਤੋਂ ਬਾਅਦ ਝੋਨਾ, ਝੋਨੇ ਤੋਂ ਬਾਅਦ ਕਣਕ, ਇਹਨੇ ਉਹ ਸਾਰੇ ਜਿਹੜੇ ਹੈਗੇ 9 ਇੰਚ ਵਾਲੇ ਜਿਹੜੇ ਮਾਈਕਰੋ ਨਿਊਟਰੀਐਂਟਸ ਤੱਤ ਆ ਉਹ ਨਿਬੇੜਤੇ, ਖਤਮ ਕਰਤੇ। ਜਦੋਂ ਹੁਣ ਮੇਰੀ ਮਿੱਟੀ 'ਚ ਨਹੀਂ ਹੈਗੇ ਤੇ ਪੌਦੇ ਨੂੰ ਤਾਂ ਉਹ ਚਾਹੀਦੇ ਆ ਆਪਦੀ ਗਰੋਥ ਲਈ, ਫਲ ਦੇਣ ਲਈ, ਤਾਂ ਉਹ ਫਿਰ ਆਖੇ ਜੀ ਤੁਸੀਂ ਐਂ ਕਰੋ ਬਾਹਰੋਂ ਲੈ ਲਓ, ਬਾਹਰੋਂ ਲੈ ਕੇ ਪਾਵਾਂਗੇ ਜ਼ਰੂਰ। ਤਾਂ ਇਹ ਜਿਹੜੀ ਇਹ ਖੇਤੀ ਹੈ ਦਿਨੋਂ ਦਿਨ ਇਹਦਾ 'ਚ ਖਰਚੇ ਵਧਣੇ ਆ ਤੇ ਜ਼ਮੀਨ ਲਗਾਤਾਰ ਖਰਾਬ ਹੋ ਰਹੀ ਆ। ਤੇ ਇੱਕ ਦਿਨ ਸਾਡੀ ਜ਼ਮੀਨ ਬੰਜਰ ਹੋਏਗੀ ਤੇ ਬੰਜਰ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਕਿਸਾਨਾਂ ਦੇ ਕੰਮ ਦੀਆਂ ਤਾਂ ਹੋਣਗੀਆਂ ਨਹੀਂ। ਠੀਕ ਹੈ, ਇੰਡਸਟਰੀ ਦੀ ਕੰਮ ਦੀਆਂ ਨੇ, ਸਰਕਾਰ ਇੰਡਸਟਰੀ ਆਊਗੀ ਉੱਥੇ, ਉਹ ਆਪਦਾ ਹਿਸਾਬ ਕਿਤਾਬ ਕੋਈ ਲਾ ਲੈਣਗੇ। ਠੀਕ ਹੈ, ਹੁਣ ਆਪਣਾ ਸਵਾਲ ਸੀ ਆਰਗੈਨਿਕ ਫਾਰਮਿੰਗ। ਤਾਂ ਜਿਹੜੀ ਇਹ ਜ਼ਮੀਨ ਆ ਜਿਹੜੀ ਕੈਮੀਕਲ ਖੇਤੀ ਦੇ ਲਾਇਕ ਵੀ ਨਹੀਂ, ਪਹਿਲਾਂ ਇਹਨੂੰ ਉਸ ਲੈਵਲ ਤੇ ਲੈ ਕੇ ਆਉਣਾ ਪਊਗਾ ਜਿੱਥੇ ਇਹ ਆਰਗੈਨਿਕ ਫਾਰਮਿੰਗ ਨੂੰ ਸਪੋਰਟ ਕਰ ਸਕੇ। ਮੈਂ ਕੁਝ ਖੇਤ ਡਿਜ਼ਾਈਨ ਕਰਕੇ ਤਿਆਰ ਕਰਵਾਏ ਆ, ਜਿਵੇਂ ਲੋਹਾਰਾ ਫਾਰਮ ਮੋਗੇ ਜ਼ਿਲ੍ਹੇ ਦੇ ਵਿੱਚ, ਬਿਲਾਸਪੁਰ ਕੋਲੇ ਜੀ। ਤਾਂ ਉਸ ਖੇਤ ਨੂੰ ਪਹਿਲਾਂ ਅਸੀਂ ਉਸ ਲੈਵਲ ਤੇ ਲੈ ਕੇ ਗਏ ਜਿੱਥੇ ਜਾ ਕੇ ਉਹ ਪਹਿਲੇ ਸਾਲ ਹੀ ਪੂਰੀ ਪ੍ਰੋਡਕਸ਼ਨ ਦੇਵੇ। ਠੀਕ ਹੈ, ਤਾਂ ਉਸ ਲੈਵਲ ਤੇ ਲਿਜਾਣ ਤੋਂ ਬਾਅਦ ਅਸੀਂ ਉਹਦੇ 'ਚ ਗੰਨੇ ਦੀ ਖੇਤੀ ਮੇਨ ਫਸਲ ਦੇ ਤੌਰ ਤੇ ਕੀਤੀ, ਮੁੱਖ ਫਸਲ ਗੰਨਾ, ਤੇ ਉਹਦੇ ਵਿੱਚੋਂ 9 ਇੰਟਰਕ੍ਰੌਪਸ ਮਤਲਬ ਅੰਤਰ ਫਸਲਾਂ ਕੱਢੀਆਂ। ਗੰਨੇ ਤੋਂ ਪਹਿਲਾਂ 9 ਫਸਲਾਂ ਉਹਦੇ 'ਚ ਹੋਰ ਲੈ ਲਈਆਂ। ਅੱਛਾ ਜੀ। ਤੇ 10ਵੀਂ ਗੰਨਾ ਸੀ, 11ਵੀਂ ਹਲਦੀ, ਅਸੀਂ 11 ਫਸਲਾਂ ਲਈਆਂ। ਤੇ ਪਹਿਲੇ ਹੀ ਸਾਲ ਜਿਹੜਾ ਸਾਡਾ ਪ੍ਰੋਡਕਸ਼ਨ ਜਿਹੜੀ ਸੀਗੀ ਉਹ
ਕੈਮੀਕਲ ਖੇਤੀ ਦੇ ਬਰਾਬਰ ਆਈ। ਬਹੁਤ ਜੀ ਬਹੁਤ। ਠੀਕ ਹੈ, ਇਸ ਜ਼ਮੀਨ ਨੂੰ ਜੇ ਤੁਸੀਂ ਆਰਗੈਨਿਕ ਵਾਲੇ ਪਾਸੇ ਲੈ ਕੇ ਜਾਣਾ ਤਾਂ ਇਹਨੂੰ ਪਹਿਲਾਂ ਉਸ ਲੈਵਲ ਤੇ ਲੈ ਕੇ ਆਉਣਾ ਪਊਗਾ ਜਿੱਥੇ ਜਾ ਕੇ ਉਹ ਤੁਹਾਡੇ ਕੁਦਰਤੀ ਖੇਤੀ ਨੂੰ ਸਪੋਰਟ ਕਰੇ। ਠੀਕ ਹੈ ਨਾ। ਮਤਲਬ ਸਾਡੇ ਕੋਲ ਜ਼ਮੀਨ ਹੈਗੀ ਹੈ, ਜੇਕਰ ਕਿਸਾਨੀ ਜਾਂ ਫਿਰ ਇਦਾਂ ਕਹ ਲਈਏ ਦਵੜੀ ਖਾਨਾ ਸਾਹਿਬ ਕਿ ਜੇਕਰ ਕਿਸਾਨੀ ਨੂੰ ਬਚਾਉਣਾ ਹੈ ਤਾਂ ਸਾਨੂੰ ਆਰਗੈਨਿਕ ਖੇਤੀ ਜਿਹੜੀ ਆ ਅਪਣਾਉਣੀ ਹੀ ਪੈਣੀ ਹੈ। ਬਿਲਕੁਲ ਅਪਣਾਉਣੀ ਪੈਣੀ ਹੈ। ਕਿਸਾਨੀ ਨੂੰ ਨਹੀਂ, ਸਰਬੱਤ ਨੂੰ ਬਚਾਉਣਾ। ਬਿਲਕੁਲ, ਸਰਬੱਤ ਨੂੰ। ਖੇਤੀ ਦਾ ਇੱਕ ਫਲਸਫਾ ਜੀ। ਸਾਡਾ ਜਿਹੜਾ ਫਲਸਫਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਕਿੱਥੋਂ ਹੋਏਗਾ? ਸਰਬੱਤ ਨੂੰ ਲੱਗਿਆ ਪੇਟ। ਜੀ ਜੀ ਬਿਲਕੁਲ ਜੀ। ਠੀਕ ਹੈ, ਪੇਟ 'ਚ ਜੋ ਜਾਣਾ ਉਹ ਖੇਤ 'ਚ ਆਉਣਾ। ਖੇਤ 'ਚ ਆਉਣਾ। ਤੇ ਸਰਬੱਤ ਦਾ ਭਲਾ ਤਾਂ ਫਿਰ ਖੇਤੀ ਕਰੂ। ਖੇਤੀ ਕਰ। ਹੁਣ ਕਿਹੜੀ ਖੇਤੀ ਕਰੂ? ਜੀ। ਜਿੱਥੋਂ ਸ਼ੁੱਧ ਜ਼ਹਿਰ ਮੁਕਤ ਖਾਣ ਖੁਰਾਕ ਨਿਕਲ ਰਹੀ ਹੈ ਉਹ ਖੇਤੀ ਕਰੂ ਕਿ ਆਹ ਕਰੂ ਜਿੱਥੇ ਅੰਨ੍ਹੇਵਾਹ ਜ਼ਹਿਰਾਂ ਪਾ ਕੇ ਹਰੀ ਕ੍ਰਾਂਤੀ ਵਾਲੀ ਖੇਤੀ? ਇਹ ਤਾਂ ਨਹੀਂ ਕਰ ਸਕਦੀ। ਜੀ। ਤਾਂ ਸਰਬੱਤ ਦੇ ਭਲੇ ਦਾ ਜਿਹੜਾ ਸਾਡਾ ਫਲਸਫਾ, ਉਹਦੀ ਇੱਕ ਕਿੰਨੀ ਸੋਹਣੀ ਵੰਨਗੀ ਆ ਸਾਡੇ ਵਿਹਾਰ 'ਚ ਸੀ। ਸਾਡੇ ਬਜ਼ੁਰਗ 50 ਸਾਲ ਪਹਿਲਾਂ ਜਦੋਂ ਖੇਤੀ 'ਚ ਜਾਂਦੇ ਸੀ ਤਾਂ ਉਹ ਕਹਿੰਦੇ ਸੀ ਗਊ ਗਰੀਬ ਦੇ ਭਾਗੀ, ਚਿੜੀ ਜਨੌਰ ਦੇ ਭਾਗੀ, ਹਾਲੀਆਂ ਪਾਲੀਆਂ ਦੇ ਭਾਗੀ, ਰਾਹੀਆਂ ਪਾਂਧੀਆਂ ਦੇ ਭਾਗੀ ਤੇ ਰਾਹੀਆਂ ਪਾਂਧੀਆਂ ਦੇ ਭਾਗੀ ਤੇ ਸਭ ਦੇ ਕਰਮਾਂ ਨੂੰ ਦੇਈ। ਠੀਕ ਹੈ, ਮਤਲਬ ਆਪਣੇ ਲਈ ਕਿਤੇ ਮੰਗੇ ਹੀ ਨਹੀਂ। ਬਿਲਕੁਲ। ਠੀਕ ਹੈ, ਇਹਨਾਂ ਸਾਰਿਆਂ ਦੇ ਵਿੱਚ ਹੀ ਆਪ ਆ ਗਏ। ਇਸੇ ਨੂੰ ਕਹਿੰਦੇ ਆ ਸਰਬੱਤ। ਠੀਕ ਹੈ, ਤਾਂ ਜਿੱਥੇ ਜੇ ਹੈ ਤਾਂ ਸਭ ਲਈ ਹੈ, ਜੇ ਨਹੀਂ ਤਾਂ ਕਿਸੇ ਲਈ ਨਹੀਂ, ਕਿਸੇ ਲਈ ਵੀ ਨਹੀਂ। ਹੁਣ ਜਿਹੜੇ ਇਸ ਫਲਸਫੇ ਮੁਤਾਬਕ ਚੱਲੀਏ ਤਾਂ ਮੇਰਾ ਪੜਦਾਦਾ ਕੀ ਕਹਿ ਰਿਹਾ? ਤੇਰਾ ਤੇਰਾ। ਬਿਲਕੁਲ। ਇਹ ਹਾਲੀ ਪਾਲੀ, ਰਾਹੀ ਪਾਂਧੀ, ਚਿੜੀ ਜਨੌਰ, ਗਊ ਗਰੀਬ ਸਭ ਬਿਲਕੁਲ ਕਿਹਦੇ ਆ? ਜਿਹਨੂੰ ਬਾਬੇ ਨਾਨਕ ਨੇ ਕਿਹਾ ਸੀ ਤੇਰਾ। ਠੀਕ ਹੈ, ਤਾਂ ਇਹਦਾ ਮਤਲਬ ਅੱਜ ਤੋਂ 50 ਸਾਲ ਪਹਿਲਾਂ ਸਾਡੀ ਖੇਤੀ ਕਿਹੜੀ ਸੀ? ਤੇਰਾ ਤੇਰਾ ਵਾਲੀ। ਤੇ ਹੁਣ ਕਿਹੜੀ ਆ? ਮੇਰਾ ਮੇਰਾ ਵਾਲੀ। ਬਿਲਕੁਲ। ਠੀਕ ਹੈ, ਜਦੋਂ ਅਸੀਂ ਤੇਰਾ ਤੇਰਾ ਵਾਲੀ ਖੇਤੀ ਕਰਦੇ ਸੀ ਸਾਡੇ ਕੋਲੇ ਘਾਟਾ ਹੀ ਕਿਸੇ ਚੀਜ਼ ਦਾ ਨਹੀਂ ਸੀ। ਮਤਲਬ ਕਹਿੰਦੇ ਸੀ ਸ਼ਤੀਰਾਂ ਵਰਗੇ ਗੱਭਰੂ। ਜੀ। ਠੀਕ ਹੈ, ਸਰੂ ਜਿਹੀਆਂ ਮੁਟਿਆਰਾਂ ਤੇ ਹੁਣ ਗਿੱਠ ਮੁੱਠੀਆਂ ਮੁਟਿਆਰਾਂ। ਬਿਲਕੁਲ। ਠੀਕ ਹੈ, ਗਿੱਠ ਮੁੱਠੀਏ ਗੱਭਰੂ ਆ। ਸ਼ਤੀਰ ਤਾਂ ਕੀ ਫੱਟਿਆਂ ਵਰਗੇ ਵੀ ਨਹੀਂ ਰਹੇ। ਠੀਕ ਹੈ, ਤਾਂ ਉਹ ਤੇਰਾ ਤੇਰਾ ਵਾਲੀ ਖੇਤੀ ਦਾ ਪ੍ਰਤਾਪ ਸੀ। ਤੇ ਹੁਣ ਮੇਰਾ ਮੇਰਾ ਵਾਲੀ ਖੇਤੀ ਹੈ। ਬੰਦਾ ਚਾਰੇ ਪਾਸੇ ਹੱਥ ਮਾਰਦਾ ਪਿਆ ਵੀ ਇਧਰੋਂ ਵੀ ਮਿਲ ਜੇ, ਇਧਰੋਂ ਵੀ ਮਿਲ ਜੇ, ਪਰ ਮਿਲਦਾ ਉਹਨੂੰ ਕਿਤੋਂ ਨਹੀਂ ਪਿਆ, ਕਿਉਂਕਿ ਉਹ ਸਰਬੱਤ ਦੇ ਫਲਸਫੇ ਦੇ ਖਿਲਾਫ ਖੇਤੀ ਕਰਦਾ ਪਿਆ। ਅੱਛਾ ਦਵੜੀ ਖਾਨਾ ਸਾਹਿਬ, ਇੱਕ ਹੋਰ ਦੱਸੋ, ਜਿੱਦਾਂ ਤੁਸੀਂ ਕਿਹਾ ਕਿ ਹਰੀ ਕ੍ਰਾਂਤੀ ਤੋਂ ਬਾਅਦ ਸਰਕਾਰ ਜਿਹੜਾ ਕਿਸਾਨੀ ਉਹੀ ਹੈ ਨਾ ਝੋਨੇ ਦੇ ਵਿੱਚ ਤੇ ਕਣਕ ਦੇ ਵਿੱਚ ਉਲਝ ਕੇ ਰਹਿ ਗਈ ਆ। ਅੱਛਾ ਫਸਲੀ ਚੱਕਰ ਨੂੰ ਹੀ ਬਦਲਣਾ ਪੈਣਾ ਹੈ। ਦੇਖੋ ਫਸਲੀ ਚੱਕਰ ਜਿਹੜਾ ਹੈਗਾ ਉਹ ਸਾਡੀਆਂ ਜ਼ਮੀਨਾਂ ਦੀ ਜਿਹੜੀਆਂ ਜ਼ਮੀਨਾਂ ਦੀ ਸਿਹਤ ਆ ਉਹਦੇ ਮੁਤਾਬਕ ਹੋਣਾ ਚਾਹੀਦਾ। ਅਸਲ ਦੇ ਵਿੱਚ ਪੰਜਾਬ ਦਾ ਭੂਗੋਲ ਬਦਲਤਾ ਹਰੀ ਕ੍ਰਾਂਤੀ ਨੇ। ਪੰਜਾਬ ਕਣਕ ਝੋਨੇ ਦਾ ਖਿੱਤਾ ਨਹੀਂ ਸੀ। ਪੰਜਾਬ ਸੀਗਾ ਦਾਲਾਂ ਹੋ ਗਈਆਂ, ਤੇਲ ਬੀਜ ਤੇ ਮੋਟੇ ਮੂਲ ਅਨਾਜਾਂ ਦਾ ਖਿੱਤਾ। ਮੱਕੀ, ਬਾਜਰਾ, ਜਵਾਰ, ਕੋਦਰਾ, ਕੰਗਣੀ, ਰਾਗੀ, ਇਹ ਫਸਲਾਂ ਪੰਜਾਬ ਦੀਆਂ ਮੁੱਖ ਫਸਲਾਂ ਸੀ। ਜਿੱਥੇ ਪਾਣੀ ਦੀ ਉਪਲਬਧਤਾ ਸੀ, ਜਿਵੇਂ ਦਰਿਆਵਾਂ ਵਾਲੇ ਏਰੀਏ 'ਚ, ਉੱਥੇ ਗੰਨਾ ਤੇ ਕੁਝ ਛੱਟੇ ਵਾਲਾ ਝੋਨਾ। ਤਾਂ ਹੁਣ ਕੀ ਹੋਇਆ ਵੀ ਸਾਰੇ ਪੰਜਾਬ 'ਚ ਹੀ ਝੋਨਾ ਜੀ, ਕਣਕ। ਠੀਕ ਹੈ, ਕੀ ਹੋਇਆ ਫਿਰ? ਭੂਗੋਲ ਹੀ ਬਦਲਿਆ ਗਿਆ। ਬਿਲਕੁਲ ਜੀ। ਜਦੋਂ ਤੁਸੀਂ ਕਿਸੇ ਖਿੱਤੇ ਦਾ ਭੂਗੋਲ ਬਦਲ ਦਿਓਗੇ ਤਾਂ ਉਹਦੇ ਨਾਲ ਜੁੜੀਆਂ ਸਮੱਸਿਆਵਾਂ ਤੁਹਾਡੀ ਜਿਹੜੀ ਹੈਗੀ ਆ ਮਤਲਬ ਜ਼ਿੰਦਗੀ ਨੂੰ ਦੁੱਬਰ ਕਰ ਦੇਣਗੀਆਂ। ਤੇ ਪੰਜਾਬ ਦੀ ਜ਼ਿੰਦਗੀ ਦੁੱਬਰ। ਬਿਲਕੁਲ ਜੀ। ਹੁਣ ਮੈਂ ਜਿਹੜੀ ਗੱਲ ਕਹਿ ਰਿਹਾ, ਪੰਜਾਬ ਦੇ ਪਿੰਡਾਂ 'ਚ ਜਾਓ, 2 ਮੰਜ਼ਲੀਆਂ ਕੋਠੀਆਂ ਮਿਲਣਗੀਆਂ, ਕਾਰਾਂ ਮਿਲਣਗੀਆਂ, ਟਰੈਕਟਰ ਮਿਲਣਗੇ ਤੇ ਜ਼ਮੀਨ ਸਾਰੀ ਲਾਲ ਅੱਖਰਾਂ 'ਚ। ਬਿਲਕੁਲ ਜੀ। ਠੀਕ ਹੈ, ਇਹ ਉਧਾਰ ਦੀ ਜ਼ਿੰਦਗੀ ਆ ਜੀ। ਲਿਮਟਾਂ ਦੀ ਜਿਹੜੀ ਜ਼ਿੰਦਗੀ ਆ ਉਹ ਉਧਾਰ ਦੀ ਜ਼ਿੰਦਗੀ ਆ। ਲਿਮਟਾਂ ਵੱਜੀਆਂ ਹੋਈਆਂ ਵੱਡੀਆਂ ਵੱਡੀਆਂ। ਤੇ ਜਦੋਂ ਇਹਨਾਂ ਲੋਕਾਂ ਦੀਆਂ ਜਿਹੜਾ MSP ਉਹਨਾਂ ਨੇ ਥੱਲੇ ਮਾਰਿਆ ਤੇ ਇਹ ਕਿੱਧਰ ਜਾਣਗੇ? ਹੋਰ ਥੱਲੇ ਜਾਣਗੇ। ਪਰ ਲਾਲ ਲਾਈਨ ਤੋਂ ਥੱਲੇ ਕਿੱਥੇ ਜਾਊ? ਨਹੀਂ, ਆਤਮ ਹੱਤਿਆਵਾਂ ਕਰਨਗੇ। ਉਦੋਂ ਥੱਲੇ ਉਹ ਉਹੀ ਗੱਲ ਹੈ ਜੀ। ਉਹ ਫੰਦੇ ਤੇ ਫਿਰ ਮਤਲਬ ਉਹ ਜਿਹੜੀ ਖੁਦਕਸ਼ੀ ਦੇ ਫੰਦੇ ਵਾਲੀ ਰੱਸੀ ਹੈ ਨਾ, ਉਹਦਾ ਇੱਕ ਗੰਢ ਹੋਰ ਦੇਣ ਦੀ ਸੋਚ ਦੇ ਵਿੱਚ ਸਰਕਾਰ ਹੀ ਹੋ ਰਿਹਾ। ਮੈਂ ਇਹ ਵੀ ਦੇਖਦਾ ਪਿਆ ਪਿਛਲੇ 5-7 ਸਾਲਾਂ 'ਚ ਕਿ ਨੌਜਵਾਨ ਕਿਸਾਨ ਫਾਹੇ ਲੈ ਰਹੇ। ਬਿਲਕੁਲ ਜੀ। ਤੇ ਆਹ ਟਿਕਟੌਕ ਵਾਲੇ ਕੀ ਕਰਨਗੇ? ਇਹਨਾਂ ਨੇ ਵੀ ਫਾਹੇ ਲੈਣੇ ਆ ਜੀ, ਕਿਉਂਕਿ ਇਹਨਾਂ ਨੂੰ ਤਾਂ ਐਂ ਲੱਗਦਾ ਵੀ ਟਿਕਟੌਕ ਤੇ ਐਦਾਂ ਤੇ ਫੇਸਬੁੱਕ ਤੇ ਐਦਾਂ ਹੋ ਜਾਈਏ ਤੇ ਅਸੀਂ ਸੈਲੀਬ੍ਰਿਟੀ ਬਣ ਜਾਈਏ। ਅੱਧੇ ਤਾਂ ਉਹ ਦੂਜੇ ਚੱਕਰਾਂ 'ਚ ਹੀ ਫਿਰਦੇ ਨਾ। ਬਿਲਕੁਲ ਜੀ।
ਟਿਕਟੌਕ ਤੇ ਵੀ ਪੱਲਿਓਂ ਵੀ ਪੈਸੇ ਖਰਚਦੇ ਆ, ਖਰਚਦੇ ਆ ਜੀ, ਠੀਕ ਹੈ। ਬਿਲਕੁਲ ਤਾਂ ਉਹ ਪੈਸੇ ਕਿੱਥੋਂ ਆਉਣਗੇ? ਜੀ। ਠੀਕ ਹੈ, ਇਹ ਬਹੁਤ ਵੱਡੇ ਪੱਧਰ ਤੇ ਆਉਣ ਵਾਲਾ ਸਮਾਂ ਜੇ ਇਹਨਾਂ ਨੇ ਐਦਾਂ ਕਰਤਾ ਤਾਂ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਆਤਮ ਹੱਤਿਆਵਾਂ ਹੋਣੀਆਂ ਜੀ। ਤੇ ਇਹਨੂੰ ਰੋਕਣ ਦਾ ਹੁਣੇ ਹੀ ਟਾਈਮ ਹੈ। ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ। ਜੇ ਕਿਸਾਨ ਯੂਨੀਅਨ ਵਾਲੇ ਮੇਰੀ ਗੱਲ ਸੁਣਦੇ ਪਏ ਆ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਬੰਦੇ ਬਣੋ ਤੇ ਇਹ ਸਾਰੇ ਮਸਲੇ ਨੂੰ ਲੋਕਾਂ 'ਚ ਲੈ ਕੇ ਜਾਓ। ਇੱਕ ਪਿੰਡ 'ਚੋਂ 5 ਬੰਦੇ ਕੱਢ ਲਓ ਤੇ 60,000 ਬੰਦਾ ਨਿਕਲ ਆਊਗਾ ਜੀ। ਤੇ 5 ਬੰਦੇ ਤਾਂ ਨਿਕਲ ਹੀ ਆਉਣਗੇ ਇੱਕ ਪਿੰਡ 'ਚੋਂ। ਬਿਲਕੁਲ ਜੀ। ਅੱਛਾ ਦਬੜੀ ਖਾਨਾ ਸਾਹਿਬ, ਇੱਕ ਜਾਂਦੇ ਜਾਂਦੇ ਸੁਨੇਹਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਵੀ ਦੇ ਦਿਓ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਇਹੀ ਸੁਨੇਹਾ ਕਿ ਮਿੱਤਰੋ, ਆਪਣੇ ਇਤਿਹਾਸ, ਆਪਣੇ ਵਿਰਸੇ ਨਾਲ ਜੁੜੋ। ਦੇਖੋ ਸਾਡੇ ਗੁਰੂਆਂ ਨੇ ਸਾਨੂੰ ਕੀ ਸੁਨੇਹਾ ਦਿੱਤਾ ਤੇ ਸਾਡੇ ਬਜ਼ੁਰਗਾਂ ਨੇ ਉਸ ਸੁਨੇਹੇ ਤੇ ਜਿੰਨਾ ਚਿਰ ਪਹਿਰਾ ਦਿੱਤਾ ਉਨਾ ਚਿਰ ਪੰਜਾਬ ਚੜ੍ਹਦੀ ਕਲਾ 'ਚ ਸੀ। ਤੇ ਜਦੋਂ ਦੇ ਅਸੀਂ 1990 ਤੋਂ ਬਾਅਦ ਉਸ ਵਿਰਸੇ ਅਤੇ ਇਤਿਹਾਸ ਵਾਲੀ ਜਿਹੜੀ ਸਾਡੀ ਤਾਕਤ ਸੀਗੀ ਉਹਦੇ ਤੇ ਪਹਿਰਾ ਦੇਣੋਂ ਹਟ ਗਏ ਤੇ ਅੱਜ ਹਾਲਾਤ ਇਹ ਹੋ ਗਏ ਆ। ਜੇ ਅਸੀਂ ਵਾਕਈ ਬਚਣਾ ਤੇ ਲੋਕਾਂ ਨੂੰ ਵੀ ਬਚਾਉਣਾ, ਪੰਜਾਬ ਵੱਲ ਝਾਕਦੇ ਆ ਸਾਰੇ ਜੀ। ਠੀਕ ਹੈ, ਪੰਜਾਬ ਵੱਲ ਨਹੀਂ, ਸਿੱਖ ਵੱਲ ਝਾਕਦੇ ਆ। ਬਿਲਕੁਲ ਜੀ। ਠੀਕ ਹੈ, ਤਾਂ ਸਾਨੂੰ ਜਿਹੜਾ ਹੈਗਾ ਆਪਣੀਆਂ ਜਿਹੜੀਆਂ ਜੜ੍ਹਾਂ ਹੈਗੀਆਂ ਉਹਨਾਂ ਨਾਲ ਜੁੜ ਕੇ ਤੇ ਵਧੀਆ ਤਰੀਕੇ ਦੇ ਨਾਲ ਆਪਣੇ ਇਤਿਹਾਸ ਨੂੰ ਅੱਗੇ ਵਧਾਉਣਾ ਪਊਗਾ ਤੇ ਨਵਾਂ ਇਤਿਹਾਸ ਬਣਾਉਣਾ ਪਊਗਾ। ਟਿਕਟੌਕ 'ਚ ਕੱਖ ਨਹੀਂ ਰੱਖਿਆ। ਜੀ ਜੀ। ਦਬੜੀ ਖਾਨਾ ਸਾਹਿਬ, ਜਿਹੜਾ ਆ ਸਮਾਂ ਇਜਾਜ਼ਤ ਨਹੀਂ ਦਿੰਦਾ, ਦਿਲ ਕਰਦਾ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰੀਏ, ਫਿਰ ਕਿਸੇ ਮੁੱਦੇ ਤੇ, ਫਿਰ ਕਿਸੇ ਕਿਸਾਨੀ ਦੇ ਨਾਲ ਰਿਲੇਟਡ ਮਸਲੇ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਸ਼ੁਕਰੀਆ। ਤੁਸੀਂ ਇੱਕ ਛੋਟੀ ਜਿਹੀ ਫੇਸਬੁੱਕ ਪੋਸਟ ਨੂੰ ਰਿਕੋਗਨਾਈਜ਼ ਕੀਤਾ ਤੇ ਤੁਸੀਂ ਮੈਨੂੰ ਕਾਲ ਕੀਤਾ ਤੇ ਤੁਸੀਂ ਆਏ, ਤੁਹਾਡਾ ਜ਼ਿਆਦਾ ਧੰਨਵਾਦ। ਕਿਉਂਕਿ ਦਬੜੀ ਖਾਨ ਸਾਹਿਬ, ਸਾਡਾ ਤਾਂ ਹੱਕ ਬਣਦਾ ਸਾਡੇ ਅਦਾਰੇ ਦਾ ਕਿ ਜੇਕਰ ਕੋਈ ਹੋਰ ਕੋਈ ਬੋਲ ਰਿਹਾ ਜਾਂ ਨਹੀਂ ਬੋਲ ਰਿਹਾ, ਕਿਉਂਕਿ ਜੇਕਰ ਸਾਡੇ ਨਾਲ ਕੁਝ ਲੋਕ ਨੌਜਵਾਨ ਜੁੜੇ ਹੋਏ ਨੇ ਤਾਂ ਅਸੀਂ ਕਮ ਸੇ ਕਮ ਉਹਨਾਂ ਦੇ ਕੰਨੀ ਗੱਲ ਪਾਈਏ। ਕਿਉਂਕਿ ਜੇਕਰ ਜਿੱਦਾਂ ਤੁਸੀਂ ਕਹਿੰਦਾ ਕਿ ਜੇਕਰ 5 ਬੰਦੇ ਇੱਕ ਪਿੰਡ 'ਚੋਂ ਉਠਾ ਲਈਏ ਤਾਂ ਆਪਾਂ 60,000 ਬਣ ਜਾਂਦਾ, ਤਾਂ ਜਿੰਨੇ ਕਿ ਸਾਡੇ ਨਾਲ ਜੁੜੇ ਨੇ ਉਹਨਾਂ ਦੇ ਵਿੱਚੋਂ 2 4 5 7 10 ਬੰਦੇ ਵੀ ਅੱਗੇ ਦੱਸਣਗੇ ਤਾਂ ਮੈਨੂੰ ਲੱਗਦਾ ਕਿ ਤਾਂ ਜੋ ਆਪਾਂ ਇਹ ਹੱਲਾ ਮਾਰ ਸਕੀਏ ਕਿਸਾਨੀ ਨੂੰ ਬਚਾਉਣ ਦਾ, ਜਿਹੜੇ ਸਰਕਾਰ ਸੰਕੇਤ ਦੇ ਰਹੀ ਆ। ਬਿਲਕੁਲ ਜੀ ਇਦਾਂ ਹੀ ਹੋਏਗਾ। ਜੀ ਜੀ। ਸਾਨੂੰ ਨੌਜਵਾਨਾਂ ਦੇ ਦਿਮਾਗ ਦੀ ਜਿਹੜੀ ਸਮਝ ਹੈ ਨਾ, ਉਹਦੇ ਵਿੱਚ ਜਾ ਕੇ ਉਹਨੂੰ ਠੀਕ ਕਰਨਾ ਪਊਗਾ। ਉਹਨਾਂ ਦੀ ਸਮਝ 'ਚ ਉਤਰਨਾ ਪਊਗਾ। ਜਦੋਂ ਅਸੀਂ ਉਹਨਾਂ ਦੀ ਸਮਝ 'ਚ ਉਤਰਾਂਗੇ ਤੇ ਪੰਜਾਬ ਦਾ ਨੌਜਵਾਨ ਸ਼ੇਰ ਆ। ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਤੁਹਾਡਾ। ਸ਼ੁਕਰੀਆ। ਸੋ ਦੋਸਤੋ, ਮੇਰੇ ਨਾਲ ਬਾਈ ਗੁਰਪ੍ਰੀਤ ਸਿੰਘ ਦਬੜੀ ਖਾਨਾ ਸੀ। ਬਾਈ ਗੱਲਬਾਤ ਬਾਈ ਜੀ ਦੇ ਨਾਲ ਖੇਤੀਬਾੜੀ ਤੇ ਹੋਈ, MSP ਤੇ ਹੋਈ। ਮੈਨੂੰ ਲੱਗਦਾ ਥੋੜ੍ਹੇ 'ਚੋਂ ਬਹੁਤ ਲੋਕਾਂ ਨੇ, ਬਹੁਤ ਨੌਜਵਾਨਾਂ ਨੇ ਇਸ ਵੀਡੀਓ ਨੂੰ ਸ਼ੇਅਰ ਨਹੀਂ ਕਰਨਾ, ਸੁਣਨਾ ਜਾਂ ਸੁਣ ਕੇ ਛੱਡ ਦੇਣਾ ਹੈ, ਕਿਉਂਕਿ ਤੁਹਾਡੇ ਕੰਮ ਦੀ ਨਹੀਂ ਆ, ਜਾਂ ਆਪਾਂ ਇਹ ਸਮਝਣਾ ਕਿ ਸਾਡੇ ਕੰਮ ਦੀ ਨਹੀਂ ਹੈ, ਅਸੀਂ ਕੀ ਲੈਣਾ ਆ। ਪਰ ਇਹ ਜਿਹੜਾ ਕਿਸਾਨ ਦੇ ਸਿਰ ਤੇ, ਕਿਸਾਨੀ ਦੇ ਸਿਰ ਤੇ ਜਿਹੜਾ ਫੰਦਾ ਆ ਨਾ, ਇਹ ਇੱਦਾਂ ਹੀ ਕੱਸਦਾ ਜਾਣਾ ਹੈ ਜੇਕਰ ਅਸੀਂ ਨਾ ਉੱਠੇ, ਅਸੀਂ ਆਵਾਜ਼ ਜਿਹੜੀ ਆਪਣੀ ਨਾ ਚੁੱਕੀ। ਸਾਨੂੰ ਆਵਾਜ਼ ਚੁੱਕਣੀ ਪੈਣੀ ਆ ਅੱਜ, ਨਹੀਂ ਤਾਂ ਕੱਲ੍ਹ, ਨਹੀਂ ਤਾਂ ਇਹ ਕਿਸਾਨੀ ਜਿਹੜੀ ਆ ਇੱਦਾਂ ਹੀ ਦਿਨ ਬ ਦਿਨ ਜਿਹੜੀ ਆ ਹੇਠਾਂ ਹੁੰਦੀ ਜਾਏਗੀ, ਕਿਸਾਨੀ ਦਾ ਪੱਧਰ ਜਿਹੜਾ ਆ ਨੀਵਾਂ ਹੁੰਦਾ ਜਾਏਗਾ। ਇੱਦਾਂ ਦੀਆਂ ਮੁਲਾਕਾਤਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਉਦੋਂ ਤੱਕ ਤੁਸੀਂ ਦੇਖਦੇ ਰਹੋ RMB ਟੈਲੀਵਿਜ਼ਨ। ਹੁਣ ਆਪਣੇ ਦੋਸਤ ਜਸ ਕਰੇਵਾਲ ਨੂੰ ਦਿਓ ਇਜਾਜ਼ਤ। ਧੰਨਵਾਦ ਜੀ।